ਉਹੀ ਟਾਈਮ ਆ ਗਿਆ। ਬਾਵਲਪੁਰ ਸਮਾਜ ਦੀ ਜਿਹੜੀ ਆਵਾਜ਼ ਚੱਕਦੇ ਸੀਗੇ ਬਬਲਾ ਜੀ ਤੇ ਨਿਤਿਨ ਖੁਰਾਨਾ ਜੀ, ਅਸੀਂ ਕਈ ਇੰਟਰਵਿਊ ਪਹਿਲਾਂ ਲਿੱਤੇ हैं। जिस टाइम का तुसीं इंतजार कर रहे थे अज ਉਹੀ टाइम आ गया, चोण जाब्ता लग ਇਹ ਤੁਹਾਡੀ ਇੱਕ ਡਿਮਾਂਡ ਸੀਗੀ ਕਿ ਵੀ ਜਿਹੜਾ ਉਮੀਦਵਾਰ ਹੋਣਾ ਚਾਹੀਦਾ ਲੋਕਲ ਹੋਣਾ ਚਾਹੀਦਾ ਤੇ ਦੂਜਾ ਸਾਡੀ ਬਰਾਦਰੀ ਤੋਂ ਹੋਣਾ ਚਾਹੀਦਾ। ਇੱਕ ਡਿਮਾਂਡ ਤਾਂ ਤੁਹਾਡੀ ਪੂਰੀ ਹੋ ਗਈ, ਲੋਕਲ ਉਮੀਦਵਾਰ ਜਗਦੀਸ਼ ਕੁਮਾਰ ਜੱਗਾ। मैं कभी भी नहीं कहा कि चोण जाब्ता का असीं वेट करते हैं। जे विपक्षी गल नहीं करते तो तुहानूं गां अगे आके समाज ते हर एक इंसानियत वास्ते गल्लां करनी चाहिए। ਉਹ ਉਸ ਟਾਈਮ ਕਿੱਥੇ ਸੀਗੇ ਜਦ ਧੱਕਾ ਹੋ ਰਿਹਾ ਸੀਗਾ, ਜਦ ਨਜਾਇਜ਼ ਪਰਚੇ ਹੋ ਰਹੇ ਸੀਗੇ। ਬਬਲਾ ਜੀ ਪਿੱਛੇ ਤੁਹਾਡਾ ਫੜ ਵੀ ਦਬਲਿਆ ਗਿਆ ਸੀਗਾ, ਕਾਫੀ ਟਾਈਮ ਤੁਸੀਂ ਪਰੇਸ਼ਾਨ ਰਹੇ ਹੋ, ਤੁਹਾਡੇ ਬੱਚੇ ਵੀ ਪਰੇਸ਼ਾਨ ਰਹੇ, ਘਰ ਦੇ ਵੀ ਪਰੇਸ਼ਾਨ ਰਹੇ ਹੈ, ਇੱਧਰ ਉੱਧਰ ਰੁਲਦੇ ਰਹੇ ਹੋ ਤੁਸੀਂ। मेरे फड़ दे उत्ते 200 बदमाश भेजे, मेरा मारन का प्लान बनाया मेरे ते मेरे मुंडे दे ਕਿਹਨੇ ਭੇਜਿਆ? मौजूदा MLA ने। ਤੁਹਾਡੇ ਕਹਿਣ ਦੇ ਹਿਸਾਬ ਨਾਲ ਕਿ ਮੌਜੂਦਾ MLA ਵੱਲੋਂ ਇਹ ਤੁਹਾਡਾ ਫੜ ਦਬਲਿਆ ਗਿਆ ਸੀਗਾ ਤੇ ਜਦ ਤੁਸੀਂ ਆਵਾਜ਼ ਚੱਕੀ ਤੁਹਾਨੂੰ ਫੜ ਤੁਹਾਡਾ ਮਿਲ ਗਿਆ ਵਾਪਸ। ਹੁਣ ਵੀ ਇਹ ਕੰਮ ਚੱਲ ਰਹੇ ਹੈ ਜਾਂ ਹੁਣ ਬੰਦ ਹੋ ਗਿਆ ਕੰਮ? गल है साडी खास तौर बिरादरी नूं टारगेट किया गया सी 5 साल दे विच। कर कौन रहा कब्जे? MLA साहब कर रहे हैं या उन्होंने अगे कोई बंदा कर रहा है, उन्होंने ना लेके कर रहा गल है बंदा इन्हां ने टुटिया जा MC छड्डिया पिया जिहड़ा शाम नूं उत्थे आ के वसूली करदा। मेरे बच्चे नूं मारन दा प्लान बनाओ, मेरे बच्चे नूं सैट मराई दी। मेरा बच्चा जिहड़ा है 1 महीना हॉस्पिटल पिया रह गया। सही फैसला लो जिहड़ा है। ਕਿਹੜਾ ਇਹੋ ਜਿਹਾ MC ਹੈ ਜਿਹੜਾ ਇਹੋ ਜਿਹੇ ਕੰਮ ਕਰ ਰਿਹਾ ਹੈ? ਉਹ ਇੱਕ ਜੱਸੀ ਛੱਡਿਆ ਪਿਆ ਜਿਹਨੂੰ ਸ਼ਹਿ ਦਿੱਤੀ ਵੀ ਹੈ, ਜਿਹਨੂੰ ਪ੍ਰਧਾਨ ਜੀ ਸ਼ਿਮਲੇ ਠੰਡੇ ਇਲਾਕੇ 'ਚ ਲੈ ਕੇ ਜਾਂਦੇ ਆ, ਬਰਫ਼ ਵਾਲੇ ਇਲਾਕੇ ਦੇ ਵਿੱਚ। ਇਹ ਆਪ ਕੰਮ ਕਰਨ, ਮੈਂ ਸਾਰਾ ਫੜ ਛੱਡ ਦਿਆਂਗਾ। ਇਹਨਾਂ ਨੂੰ ਪਤਾ ਲੱਗ ਜਾਵੇ ਰੇੜੀ 15 ਕਿਲੋਮੀਟਰ ਚਲਾ ਕੇ ਕਿਵੇਂ ਰੋਟੀ ਖਾਈਦੀ ਹੁੰਦੀ ਆ। ਤੁਸੀਂ ਅੱਜ ਯਾਰ ਅਜ ਮਿਸਾਲਾਂ ਦਿੰਦੇ ਹੋ। ਸਾਈਕਲ ਚਲਾਉਣ ਵਾਲਾ ਅਜੇ ਜਹਾਜ਼ ਤੇ ਪਹੁੰਚ ਗਿਆ, ਅਜੇ ਵੀ ਨਹੀਂ ਤੁਸੀਂ ਯਾਰ ਪੇਟ ਭਰਿਆ ਤੁਹਾਡਾ। ਅਸੀਂ 100 ਕਰੋੜ ਦੀ ਆਵਾਜ਼ ਉਠਾਈ, ਬੋਲਪੁਰ ਸਮਾਜ ਨੇ ਉਠਾਈ। ਨਿਤਨ ਦੇ ਮੈਂ ਇਹਦੀ ਸ਼ੁਰੂਆਤ ਕੀਤੀ। ਹੁਣ ਕਿਸੇ ਪਾਰਟੀ ਨੇ ਵੀ ਤੁਹਾਡੀ ਮੰਗ ਨਹੀਂ ਮੰਨੀ, ਬਰਾਦਰੀ ਦੇ ਕਿਸੇ ਬੰਦੇ ਨੂੰ ਟਿਕਟ ਨਹੀਂ ਦਿੱਤੀ। BJP ਪਾਰਟੀ ਨੇ ਤੁਹਾਡੀ ਮੰਗ ਮੰਨੀ ਹੈ। ਬਬਲਾ ਜੀ ਨੇ ਕਿਹਾ ਹੈ ਬਰਾਦਰੀ ਦਾ ਬੰਦਾ ਖੜਿਆ, ਤੁਹਾਡੀ ਵੀ ਮੰਗ ਸੀਗੀ ਕਿ ਬਰਾਦਰੀ ਦਾ ਬੰਦਾ ਖੜੇਗਾ ਤਾਂ ਬਰਾਦਰੀ ਇੱਕ ਹੋ ਕੇ ਆਪਣੀ ਬਰਾਦਰੀ ਦੀ ਸਪੋਰਟ ਕਰੇਗੀ। ਪਰ ਸ਼ਾਮ ਸੁੰਦਰ ਵਦਵਾ ਜੀ ਨੇ ਆਪਣੀ ਬਰਾਦਰੀ ਦੇ ਬੰਦੇ ਨੂੰ ਛੱਡ ਕੇ ਇੱਕ ਮਿੱਤਲ ਪਰਿਵਾਰ ਨੂੰ, ਨੀਨਾ ਮਿੱਤਲ ਨੂੰ ਸਪੋਰਟ ਕਰਨ ਦੇ ਲਈ ਚਲੇ ਗਏ। ਇਸ 'ਚ ਕੀ ਕਹੋਗੇ ਤੁਸੀਂ? मैं फिर तुहानूं कहूँगा नो कमेंट्स। ਜੀ ਵੀ बिरादरी ਨੂੰ ਤੁਸੀਂ ਸਿੱਕੇ ਵਰਗੇ ਤੁਸੀਂ ਟੌਸ ਨਹੀਂ ਕਰ ਸਕਦੇ ਬਾਰ-ਬਾਰ। ਮੈਂ ਬਾਹਰ ਬੜੀ ਸਾਰੀ ਡਿਬੇਟਸ ਦੇਖਦਾ, ਤੁਸੀਂ ਹਰ ਜਗ੍ਹਾ ਤੇ ਬਿਰਾਦਰੀ ਟੋਸ ਤੁਸੀਂ ਕਰਦੇ ਹੋ ਬਰਾਦਰੀ ਨੂੰ ਕਿ ਬਰਾਦਰੀ ਇਹ ਕਰ ਦੇਗੀ, ਬਰਾਦਰੀ ਉਹ ਕਰ ਦੇਗੀ। ਕਿੰਨੀਆਂ ਵੋਟਾਂ ਹੈ ਤੋ ਇਹ ਦੱਸ ਸਕਦੇ ਹੋ ਕਿੰਨੀਆਂ ਵੋਟਾਂ ਬਰਾਦਰੀ ਦੀ? ਤੁਸੀਂ ਰਾਜਪੁਰੇ ਰਹਿ ਰਹੇ ਹੋ, ਮੰਡੀ 'ਚ ਬੈਠੇ ਹੋ, ਜਿਹੜੇ ਮੰਡੀ 'ਚ ਦੂਜੇ ਪਿੰਡ ਦੇ ਲੋਕੀ ਆਉਂਦੇ ਹੋਣੇ, ਉਹ ਤੁਹਾਨੂੰ ਕਹਿੰਦੇ ਨਹੀਂ ਹੋਣੇ ਕਿਉਂ ਬਰਾਦਰੀ ਇੰਨਾ ਕਰ ਦਿਓ, ਵੋਟਾਂ ਤਾਂ ਸਾਡੀਆਂ ਵੀ ਹੈ। ਤੁਸੀਂ ਕਦ ਜੱਗਾ ਜੀ ਦੇ ਮੰਚ ਤੇ ਮੈਨੂੰ ਨਜ਼ਰ ਆਉਂਗੇ? ਸਾਨੂੰ ਖੁਸ਼ੀ ਹੋਏਗੀ ਵੀ ਜਾਂ ਸਾਡਾ ਕੋਈ ਇੱਥੇ ਤੁਹਾਡੇ ਕੋਲ ਆ ਪਾਣ। ਤੁਸੀਂ ਖੁਰਾਨਾ ਜੀ ਮੇਰੇ ਕੋਲ ਤਾਂ ਸਾਰੇ ਤੁਸੀਂ ਖੁਰਾਨਾ ਜੀ ਦੇ ਨਾਲ ਸਭ ਤੋਂ ਅੱਗੇ ਚੱਲਦੇ ਸੀਗੇ। ਮੇਰੇ ਸੁਣੋ, ਤੁਸੀਂ ਮੇਰੇ ਜੱਗਾ ਜੀ ਦੇ ਨਾਲ ਕਿਉਂ ਨਹੀਂ ਚੱਲ ਰਹੇ? ਮੇਰਾ ਸਵਾਲ ਇਹ ਹੈ ਕਿ ਬਰਾਦਰੀ ਦੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਹੈ, ਤੁਸੀਂ ਜਿੱਦਾਂ ਖੁਰਾਨਾ ਸਾਹਿਬ ਦੇ ਨਾਲ ਸਭ ਤੋਂ ਅੱਗੇ ਚੱਲਦੇ ਸੀਗੇ, ਦੁਨੀਆ ਦੇ ਨਾਲ ਲੜਾਈ ਲੜ ਲਈ ਤੁਸੀਂ ਖੁਰਾਨਾ ਸਾਹਿਬ ਦੇ ਪਿੱਛੇ, ਉਹਨਾਂ ਬਾਰੇ ਕੋਈ ਗੱਲ ਨਹੀਂ ਸੁਣ ਸਕਦੇ, ਤੁਸੀਂ ਜੱਗਾ ਜੀ ਦੇ ਮੰਚ ਤੇ ਕਦ ਤੋਂ ਚੜ ਰਹੇ? ਬਿਰਾਦਰੀ ਦੇ ਵਿੱਚ ਜਾਂ ਮੈਨੂੰ ਚਾਰ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੈਨੂੰ ਬੁਲਾ ਕੇ ਕਹਿ ਦਿੰਦੀਆਂ ਨਾ ਧਿਆਨ ਕਰਨਾ, ਹੁਣ ਬਿਰਾਦਰੀ ਮਰ ਵੈਸੇ ਬਦਲੇ ਲੈਣ ਦਾ ਸਿਰਫ ਇਹੀ ਸਾਡਾ ਬਟਨ ਹੁੰਦਾ। ਅਸੀਂ ਕੋਈ ਡਾਂਡਾ ਸੋਟੇ ਚਲਾਉਣ ਵਾਲੇ ਸੋਹਣਾ। ਕਿਹੜਾ ਬਟਨ ਦੱਬੇ? ਇਹੀ ਤਾਂ ਜਨਤਾ ਕਨਫਿਊਜ਼ ਹੈ, ਬਟਨ ਕਿਹੜਾ ਦੱਬੇ? ਬਟਨ ਤਾਂ ਫਿਰ ਤੁਹਾਨੂੰ ਦੱਸਾਂਗੇ। ਬਟਨ ਦੱਬੇ ਵੇ ਵਾਪਸੀ ਆ ਜਾਣੇ, ਬਟਨ ਇੱਥੋਂ ਦੱਬੀ ਜਾਣਾ ਤੇ ਆਵਾਜ਼ ਚੀਂ ਦੀ ਆਵਾਜ਼ ਆਣੀ ਆ। ਲੋਕਾਂ ਨੂੰ ਕਿਆ ਮੈਸੇਜ ਦਈਏ ਕਿ ਬਿਰਾਦਰੀ ਦੇ ਨਾਲ ਚਲੋ ਜਾਂ ਕਿਸੇ ਬੰਦੇ ਦੇ ਐਂਟੀ ਚਲੋ? ਅਸੀਂ ਇਹ ਪੁੱਛ ਰਹੇ ਹਾਂ। ਖੁਰਾਨਾ ਜੀ, ਜਿੱਦਾਂ ਅਸੀਂ ਬਬਲਾ ਜੀ ਨੂੰ ਪੁੱਛਿਆ ਹੈ ਕਿ ਤੁਸੀਂ ਕਦ ਜਾ ਰਹੇ ਹੋ ਜੱਗਾ ਜੀ ਦੇ ਮੰਚ ਤੇ, ਸਾਨੂੰ ਲੋਕੀ ਪੁੱਛਦੇ ਆ ਕਿ ਨਿਤਿਨ ਖੁਰਾਨਾ ਜਿਹੜੇ ਹੈਗੇ ਉਹ ਖੁਰਾਨਾ ਸਾਹਿਬ ਦੇ ਵੱਡੇ ਮੁੰਡੇ ਆ। ਸੜਕਾਂ ਦੇ ਉੱਤੇ ਅਸੀਂ ਦੇਖੇ ਪੱਤਰਕਾਰ ਕੁੱਟਦੇ ਹੋਏ, ਹੈ ਨਾ, ਅਸੀਂ ਤਾਂ ਬੋਲੇ ਸੀਗੇ। ਸਭ ਕੁਝ ਠੀਕ ਹੈ। BJP ਨੇ ਤੁਹਾਡੀ ਮੰਗ ਮੰਨੀ ਹੈ, ਲੋਕਲ ਉਮੀਦਵਾਰ ਪਲੱਸ ਤੁਹਾਡੀ ਬਰਾਦਰੀ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ, ਕਦ ਤੋਂ ਉਹਨਾਂ ਦੇ ਮੰਚ ਤੇ ਦਿਖੋਗੇ ਤੁਸੀਂ?
ਤੇ ਮੈਨੂੰ ਆਈ ਡੋਂਟ ਥਿੰਕ ਸੋ, ਮੈਨੂੰ ਲੱਗਦਾ ਨਹੀਂ ਕਿ ਮੈਨੂੰ ਮੰਚ ਤੇ ਜਾਣਾ ਚਾਹੀਦਾ। ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹ ਕੋਈ ਸਕ੍ਰਿਪਟਡ ਨਹੀਂ ਹੈ। ਕੱਲ ਰਾਤ ਨੂੰ ਮੈਂ ਇੱਥੇ ਆਇਆ ਸੀਗਾ, ਪ੍ਰਦੀਪ ਨੂੰ ਪਤਾ ਸੀਗਾ ਅਸੀਂ ਇੱਥੇ ਹਾਂ, ਤੇ ਪ੍ਰਦੀਪ ਤੁਹਾਨੂੰ ਕੀ ਲੱਗਦਾ ਕਿ ਲੋਕ ਕਿਉਂ ਕਨਫਿਊਜ਼ ਹੈ? ਬਬਲਾ ਜੀ ਨੂੰ ਮੈਂ ਮਿਲਦਾ ਸੀਗਾ, ਬਬਲਾ ਜੀ ਜਿੱਦਾਂ ਮੈਨੂੰ ਦੱਸਦੇ ਸੀਗੇ ਕਿ ਮੇਰਾ ਫੜ ਦੱਬ ਲਿਆ। ਮੈਂ ਇਹਨਾਂ ਨੂੰ ਪੁੱਛਿਆ ਸੀਗਾ ਕਿ ਵੀ ਕਿੰਨੇ ਫੜ ਦੱਬਿਆ। ਇਹਨਾਂ ਨੇ ਮੈਨੂੰ ਨਾਂ ਦੱਸਿਆ ਕਿ ਵੀ ਇੱਕ MC ਹੈ, ਜੱਸੀ ਨਾਮ ਦਾ MC ਹੈ, ਉਹਨੇ ਮੇਰਾ ਫੜ ਦੱਬਿਆ। ਬਬਲਾ ਜੀ ਡਰੇ ਹੋਏ ਆ, ਜਿਹੜੇ ਲੋਕਾਂ ਦੀ ਆਵਾਜ਼ ਚੱਕਦੇ ਸੀਗੇ ਉਹੀ ਡਰੇ ਹੋਏ ਆ, ਜਿਹੜੇ ਸਾਡੇ ਫੋਨ ਕਰਨ ਤੇ ਵੀ ਸਾਨੂੰ ਇੰਟਰਵਿਊ ਨਹੀਂ ਦੇ ਰਹੇ। ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਵੀ ਬਰਾਦਰੀ ਕਿੰਨੀ ਡਰੀ ਹੋਈ ਹੈ। ਔਰ ਤੁਸੀਂ ਇਹ ਕਹਿੰਦੇ ਹੋ ਵੀ MLA ਸਾਹਿਬ ਨੂੰ ਪਤਾ ਨਹੀਂ ਹੈ। MLA ਸਾਹਿਬ ਦੀ ਕੋਠੀ ਦੇ ਵਿੱਚ ਪ੍ਰੋਗਰਾਮ ਬਣਿਆ, ਜਿਨ੍ਹਾਂ ਨੇ ਮੇਰੇ ਫੜ ਤੇ ਕਬਜ਼ਾ ਕੀਤੇ, ਮੇਰੇ ਬੋਲਪੁਰੀ ਬਰਾਮਾ ਤੇ 12 ਤੇ ਕਬਜ਼ਾ ਕੀਤਾ। ਜੋ ਉਹਨਾਂ ਨੇ ਪੈਸੇ ਇੱਥੋਂ ਲੈ ਰਹੇ ਹਰ ਮਹੀਨੇ, ਉਹਦੀ 1 ਕਰੋੜ ਰੁਪਏ ਦੀ ਵਸੂਲੀ ਕਰਾਉਂਗਾ, ਭਾਵੇਂ ਛੱਡੂਗਾ ਨਹੀਂ ਬਿੱਲ। ਮੈਂ ਦੱਸ ਰਿਹਾ, ਮੈਂ ਉਹ ਬੋਲਪੁਰੀ ਹਾਂ। ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ। ਉਹੀ ਟਾਈਮ ਆ ਗਿਆ, ਬਾਵਲਪੁਰ ਸਮਾਜ ਦੀ ਜਿਹੜੀ ਆਵਾਜ਼ ਚੱਕਦੇ ਸੀਗੇ ਬਬਲਾ ਜੀ ਤੇ ਨਿਤਿਨ ਖੁਰਾਨਾ ਜੀ। ਅਸੀਂ ਕਈ ਇੰਟਰਵਿਊ ਪਹਿਲਾਂ ਲਿੱਤੇ ਹੈ ਤੇ ਕਈ ਦਿਨਾਂ ਤੋਂ ਜਿਹੜੇ ਨਿਤਿਨ ਖੁਰਾਨਾ ਜੀ ਸੀਗੇ ਇਹ ਸਾਨੂੰ ਨਜ਼ਰ ਨਹੀਂ ਆ ਰਹੇ ਸੀਗੇ। ਬਬਲਾ ਜੀ ਤਾਂ ਮਿਲਦੇ ਰਹਿੰਦੇ ਆ, ਅਸੀਂ ਜਾਂਦੇ ਸਬਜ਼ੀ ਮੰਡੀ ਤਾਂ ਬਬਲਾ ਜੀ ਤਾਂ ਮਿਲਦੇ ਰਹਿੰਦੇ, ਕਈ ਸੁੱਖ ਦੁੱਖ ਦੀਆਂ ਗੱਲਾਂ ਅਸੀਂ ਕਰਦੇ ਰਹਿੰਦੇ ਆਪਸ 'ਚ। ਨਿਤਿਨ ਖੁਰਾਨਾ ਜੀ ਸਪੈਸ਼ਲ ਟਾਈਮ ਲੈ ਕੇ ਜਿਹੜਾ ਕੰਮਕਾਰ ਛੱਡ ਕੇ ਅੱਜ ਸਾਡੇ ਵਿੱਚ ਆਏ ਆ। ਇਹਨਾਂ ਨੂੰ ਪੁੱਛਾਂਗੇ ਕਿ ਇਹ ਇੰਤਜ਼ਾਰ ਕਰ ਰਹੇ ਸੀਗੇ ਕਾਫੀ ਟਾਈਮ ਤੋਂ ਕਿ ਚੋਣ ਜਾਬਤਾ ਲੱਗੇਗਾ, ਕਿ ਇਲੈਕਸ਼ਨ ਹੋਣਗੇ, ਅਸੀਂ ਲੋਕਾਂ ਨੂੰ ਦੱਸਾਂਗੇ, ਬਰਾਦਰੀ ਨੂੰ ਜੋੜਾਂਗੇ। ਬਰਾਦਰੀ ਨੂੰ ਜੋੜਦੇ ਕਿਤੇ ਇਹ ਤਾਂ ਨਹੀਂ ਕਿ ਵੀ ਬਰਾਦਰੀ ਨੇ ਇਹਨਾਂ ਨੂੰ ਛੱਡਤਿਆ। ਅਸੀਂ ਨਿਤਿਨ ਖੁਰਾਨਾ ਜੀ ਨੂੰ ਪੁੱਛਦੇ ਹਾਂ। ਨਿਤਿਨ ਖੁਰਾਨਾ ਜੀ, ਜਿਸ ਟਾਈਮ ਦਾ ਤੁਸੀਂ ਇੰਤਜ਼ਾਰ ਕਰ ਰਹੇ ਸੀ ਅੱਜ ਉਹੀ ਟਾਈਮ ਆ ਗਿਆ, ਚੋਣ ਜਾਬਤਾ ਲੱਗ ਗਿਆ। ਸਭ ਤੋਂ ਪਹਿਲਾਂ ਐਕਸ਼ਨ ਪੰਜਾਬ ਦੇਖਦੇ ਜਿੰਨੇ ਵੀ ਤੁਹਾਡੇ ਦਰਸ਼ਕ ਹਨ, ਤੁਹਾਡੇ ਫੈਨਸ ਨੇ, ਤੇ ਤੁਹਾਨੂੰ ਪ੍ਰਦੀਪ ਬਹੁਤ ਮੁਬਾਰਕਬਾਦ ਦੇਣਾ ਕਿ ਬਸੰਤ 5 ਤਰੀਕ ਕੱਲ੍ਹ ਬਸੰਤ ਸੀਗੀ ਹੈ ਨਾ, ਤੇ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦਾ ਕਿ ਇਹ ਬਸੰਤ ਆਉਣ ਵਾਲਾ ਜਿਹੜਾ ਰਿਤੂਆਂ ਦਾ ਰਾਜ ਹੈ ਬਸੰਤ, ਉਹ ਸਾਡੇ ਸਾਰਿਆਂ ਦੀ ਸਮੁੱਚੀ ਇਸ ਬ੍ਰਹਮਾਂਡ ਦੀ ਸੂਬੇ ਪੰਜਾਬ ਦੇ ਵਿੱਚ ਤੇ ਖਾਸ ਤੌਰ 'ਤੇ ਰਾਜਪੁਰਾ ਦੇ ਵਿੱਚ ਖੁਸ਼ਹਾਲੀ ਲੈ ਕੇ ਆਏ। ਤੇ ਤੁਹਾਡਾ ਕੁਐਸਚਨ ਬਿਲਕੁਲ ਵਾਜਿਬ ਹੈ। ਕਾਫੀ ਦਿਨਾਂ ਤੋਂ ਮੈਂ ਬਿਜ਼ੀ ਚੱਲ ਰਿਹਾ ਸੀਗਾ ਆਪਣੇ ਕੁਝ ਕੰਮਕਾਰਾਂ ਕਰਕੇ, ਮੈਂ ਰਾਜਪੁਰੇ ਨਹੀਂ ਸੀਗਾ, ਲਾਈਵ ਤੁਹਾਡੇ ਸਾਹਮਣੇ ਹੋ ਕੇ ਮੈਂ ਦੱਸਦਾ ਸੀਗਾ। ਤੇ ਅੱਜ ਕੁਝ ਪਰਿਵਾਰਿਕ ਕੁਝ ਕਾਰਨ ਕਰਕੇ ਵੀ ਤੇ ਕੁਝ ਯਾਰ ਦੋਸਤ ਮਿੱਤਰ ਬਾਰ-ਬਾਰ ਕੇ ਪੁੱਛ ਰਹੇ ਸੀ ਕਿੱਥੇ ਹੋ ਤੁਸੀਂ, ਤੇ ਇੱਕ ਦਿਨ ਦੀ ਛੁੱਟੀ ਲੈ ਕੇ ਮੈਂ ਅੱਜ ਆਇਆ। ਸ਼ਾਮ ਨੂੰ ਫਿਰ ਡਿਪਾਰਚਰ ਹੋ ਜਾਣਾ ਤੇ ਜੀ। ਇਹ ਤੁਹਾਡੀ ਇੱਕ ਡਿਮਾਂਡ ਸੀਗੀ ਕਿ ਵੀ ਜਿਹੜਾ ਉਮੀਦਵਾਰ ਹੋਣਾ ਚਾਹੀਦਾ ਲੋਕਲ ਹੋਣਾ ਚਾਹੀਦਾ ਤੇ ਦੂਜਾ ਸਾਡੀ ਬਰਾਦਰੀ ਚੋਂ ਹੋਣਾ ਚਾਹੀਦਾ। ਇੱਕ ਡਿਮਾਂਡ ਤਾਂ ਤੁਹਾਡੀ ਪੂਰੀ ਹੋ ਗਈ, ਲੋਕਲ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਤੇ ਤੁਹਾਡੀ ਬਰਾਦਰੀ ਦਾ ਜਿਹੜਾ ਮੇਨ ਜਿਹੜਾ ਚਿਹਰਾ ਸੀਗਾ ਜਗਦੀਸ਼ ਕੁਮਾਰ ਜੱਗਾ, ਅੱਜ ਉਹਨਾਂ ਨੂੰ ਟਿਕਟ ਮਿਲ ਗਈ ਹੈ। ਕੀ ਕਹਿਣਾ ਚਾਹੋਗੇ? ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਜਗਦੀਸ਼ ਕੁਮਾਰ ਜੱਗਾ ਨੂੰ, ਸਮੂਚੇ ਭਾਵਲਪੁਰ ਸਮਾਜ ਨੂੰ ਤੇ ਸਮੂਚੇ ਭਾਵਲਪੁਰ ਸਮਾਜ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਜਿਹੜੇ ਕਿ ਭਾਵਲਪੁਰ ਸਮਾਜ ਨੂੰ ਪਿਆਰ ਕਰਦੇ ਹਨ। ਕਿ ਇਹ ਸਾਡੀ ਡਿਮਾਂਡ ਪਿਛਲੇ 5 ਸਾਲਾਂ ਦਾ ਸੰਘਰਸ਼ ਸੀਗਾ, ਜਦੋਂ ਅਸੀਂ ਕਹਿੰਦੇ ਸੀਗੇ ਕਿ ਸਾਨੂੰ ਲੋਕਲ ਉਮੀਦਵਾਰ ਚਾਹੀਦਾ ਹੈ ਨਾ, ਸਾਡੀ ਕੌਮ ਦਾ ਸਾਡੀ ਜਮਾਤ ਦਾ ਇੱਕ ਬੰਦਾ ਨੁਮਾਇੰਦਗੀ ਕਰਨ ਵਾਸਤੇ ਚਾਹੀਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਕਿਆ ਦੁੱਖ ਹੈ, ਸਾਡੀ ਪ੍ਰੋਬਲਮਸ ਕੀ ਹੈਗੀਆਂ। ਤੇ ਇਸ ਮੌਕੇ 'ਤੇ ਮੈਂ ਧੰਨਵਾਦ ਵੀ ਕਰਦਾ ਭਾਰਤੀ ਜਨਤਾ ਪਾਰਟੀ ਦਾ ਕਿ ਐਟਲੀਸਟ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਨਾ, ਤੇ ਜਗਦੀਸ਼ ਕੁਮਾਰ ਜੱਗਾ ਜੀ ਨੂੰ ਉਮੀਦਵਾਰ ਬਣਾਇਆ। ਤੇ ਮੈਂ ਮੁਬਾਰਕਾਂ ਉਹਨਾਂ ਦੇ ਤੇ ਉਹਨਾਂ ਦੇ ਸਾਰੇ ਸਮਰਥਕਾਂ ਨੂੰ ਵੀ ਦੇਣਾ। ਤੇ ਪ੍ਰਦੀਪ, ਤੁਹਾਡਾ ਇੱਕ ਕੁਐਸਚਨ ਨਾਲ ਪਹਿਲਾ ਕੁਐਸਚਨ ਅਸੀਂ ਸਕਿਪ ਕਰ ਗਏ। ਤੁਸੀਂ ਕਿਹਾ ਸੀਗਾ ਕਿ ਅਸੀਂ ਵੇਟ ਕਰਦੇ ਸੀਗੇ ਕਿ ਕਦੋਂ ਚੋਣ ਜਾਬਤਾ ਲੱਗੂਗਾ ਤੇ ਅਸੀਂ ਦਿਨ ਦਾ ਵੇਟ ਕਰਦੇ। ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਿੱਚ ਇੱਕ ਇਜ਼ਾਫਾ ਕਰਨਾ ਚਾਹੁੰਦਾ ਕਿ ਮੈਂ ਕਦੀ ਵੀ ਨਹੀਂ ਕਿਹਾ ਕਿ ਚੋਣ ਜਾਬਤਾ ਦਾ ਅਸੀਂ ਵੇਟ ਕਰਦੇ ਹਾਂ। ਜਿਸ ਟਾਈਮ ਸਾਰੇ ਲੋਕ, ਮੈਂ ਬਾਰ-ਬਾਰ ਕਹਿਣਾ, ਜਿਸ ਟਾਈਮ ਗਰਮੀਆਂ ਦੇ ਵਿੱਚ ਲੋਕ ਕੰਨਾਂ ਦੇ ਵਿੱਚ ਰੂਈ ਤੇ ਸਿਰ ਦੇ ਉੱਤੇ ਰਜਾਈਆਂ ਪਾ ਕੇ ਸੌਂਦੇ ਸੀਗੇ, ਤਾਂ ਜੀ ਅਸੀਂ ਸਮਾਜ ਦੇ ਬਾਰੇ ਗੱਲ ਕਰਦੇ ਸੀਗੇ। ਤੁਸੀਂ ਮੈਨੂੰ ਦੱਸੋ, ਜਿੱਥੇ ਸਾਨੂੰ ਗਲਤ ਹੁੰਦਾ ਹੋਇਆ ਲੱਗਿਆ, ਜਿੰਨੀ ਸਾਡੇ ਵਿੱਚ ਸਮਰੱਥਾ ਸੀਗੀ, ਜਿੰਨੇ ਸਾਡੇ ਕੰਧਿਆਂ 'ਚ ਜ਼ੋਰ ਸੀਗਾ, ਜਿੰਨੇ ਸਾਡੇ ਗੋਡੇ ਭਾਰ ਚੱਲ ਸਕਦੇ ਸੀ, ਉਹਨਾਂ ਅਸੀਂ ਬੋਲਿਆ ਜਿੰਨੀ ਸਾਡੀ ਸਮਰੱਥਾ ਸੀਗੀ। ਤੇ ਮੈਨੂੰ ਲੱਗਦਾ ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਚੋਣ ਜਾਬਤਾ ਦੀ, ਉਹ ਮੇਰੇ ਖਿਆਲ ਰਾਜਨੀਤਿਕ ਲੋਕ ਕਰਦੇ ਆ, ਤੇ ਅਸੀਂ ਕਦੀ ਵੇਟ ਨਹੀਂ ਕੀਤਾ ਇਹਦੇ ਬਾਰੇ। ਤੇ ਅਸੀਂ ਕਦੀ ਇਹ ਦੇਖਿਆ ਨਹੀਂ ਕਿ ਅੱਜ ਇਹ ਮੌਕਾ, ਭਾਵੇਂ ਚੋਣ ਜਾਬਤਾ ਹੋਏ ਭਾਵੇਂ ਚੋਣ ਜਾਬਤਾ ਨਾ ਹੋਏ, ਹੈ ਨਾ, ਭਾਵੇਂ ਕਿਸੇ ਦਾ ਬਹੁਤ ਵੱਡਾ ਰਾਜ ਹੋਏ, ਤੁਹਾਡੇ ਵਿੱਚ ਇੰਨੀ ਕੁ ਪਾਵਰ ਹੋਣੀ ਚਾਹੀਦੀ ਹੈ ਕਿ ਸਮਾਜ, ਸਿਰਫ ਭਾਵਲਪੁਰ ਸਮਾਜ ਨਹੀਂ, ਸਮੂਚੇ ਜਿੱਥੇ ਤੁਸੀਂ ਰਹਿੰਦੇ ਹੋ ਉਹਨਾਂ ਦੀ ਬਿਹਤਰੀ ਲਈ ਤੁਸੀਂ ਆਪਣੀ ਗੱਲਾਂ ਨੂੰ ਉਠਾਓ। ਜੇ ਵਿਪਕਸ਼ੀ ਗੱਲ ਨਹੀਂ ਕਰਦੇ ਤਾਂ ਤੁਹਾਨੂੰ ਗਾਂਹ ਅੱਗੇ ਆ ਕੇ ਸਮਾਜ ਤੇ ਹਰ ਇੱਕ ਇਨਸਾਨੀਅਤ ਵਾਸਤੇ ਗੱਲਾਂ ਕਰਨੀ ਚਾਹੀਦੀਆਂ।
ਅੱਜ ਕਈ ਉਮੀਦਵਾਰ ਆ ਗਏ ਜਿਹੜੇ ਸਾਹਮਣੇ, ਠੀਕ ਹੈ, ਉਹ ਗੱਲਾਂ ਕਰਦੇ ਆ ਕਿ ਵੀ ਧੱਕਾ ਹੋਇਆ, ਫਲਾਣਾ ਹੋਇਆ, ਟਮਕਾਣਾ ਹੋਇਆ, ਠੀਕ ਹੈ। ਮੈਂ ਬੱਬਲਾ ਜੀ ਕੋਲ ਵੀ ਆਵਾਂਗਾ ਇਸ ਤੋਂ ਬਾਅਦ ਕਿ ਉਹ ਉਸ ਟਾਈਮ ਕਿੱਥੇ ਸੀਗੇ ਜਦ ਧੱਕਾ ਹੋ ਰਿਹਾ ਸੀਗਾ, ਜਦ ਨਜਾਇਜ਼ ਪਰਚੇ ਹੋ ਰਹੇ ਸੀਗੇ, ਤਦ ਕਿਉਂ ਨਹੀਂ ਆਵਾਜ਼ ਚੱਕੀ ਗਈ? ਅੱਜ ਇਲੈਕਸ਼ਨਾਂ ਦਾ ਟਾਈਮ ਆ ਗਿਆ ਤੇ ਆ ਗਿਆ ਜੀ ਕਿ ਵੀ ਅਸੀਂ ਮਤਲਬ ਇਹ ਕਰ ਦਾਂਗੇ ਜੀ, ਧੱਕਾ ਨਹੀਂ ਹੋਣ ਦੇਵਾਂਗੇ ਜੀ, ਫਿਰ ਤੁਸੀਂ ਆਵਾਜ਼ ਚੱਕਦੇ ਰਹੇ ਹੋ ਇਸ ਬਾਰੇ। ਬਰਾਦਰੀ ਕਿੰਨਾ ਸਹਿਯੋਗ ਕਰੇਗੀ ਅੱਜ? ਦੇਖੋ, ਬਿਰਾਦਰੀ ਨੂੰ ਤਾਂ ਹਰ ਚੀਜ਼ ਨੂੰ ਮੈਨੂੰ ਲੱਗਦਾ ਕਿ ਆਪਾਂ ਨੂੰ ਇਨਵੋਲਵ ਨਹੀਂ ਕਰਨਾ ਚਾਹੀਦਾ। ਬਿਰਾਦਰੀ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ ਸ਼ਾਨ ਹੈ ਬਿਰਾਦਰੀ ਸਾਡੀ, ਹੈ ਨਾ। ਕਿਉਂਕਿ ਮੈਨੂੰ ਮਾਣ ਹੈ, ਤੁਹਾਨੂੰ ਮਾਣ ਹੈ ਕਿ ਜਿਸ ਕੌਮ ਤੋਂ, ਜਿਸ ਜਮਾਤ ਤੋਂ ਅਸੀਂ ਆਉਂਦੇ ਹਾਂ। ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ, ਬਟ ਮੈਨੂੰ ਇਹ ਪਤਾ ਹੈ ਕਿ ਬਿਨਾਂ ਰਾਜਨੀਤੀ ਕੀਤੇ ਹੋਏ ਅਸੀਂ 3.5 ਸਾਲ ਜਦੋਂ ਵੀ ਮਸਲੇ ਸੀਗੇ, ਜੋ ਮਸਲੇ ਸੀਗੇ ਰਾਜਪੁਰਾ ਦੇ, ਅਸੀਂ ਉਹ ਚੱਕ ਕੇ। ਫੋਰ ਐਗਜ਼ਾਮਪਲ, ਜੇਕਰ ਕਿਸੇ ਗਰੀਬ ਬੰਦੇ ਦੀ ਫੜ ਦੇ ਉੱਤੇ ਕਬਜ਼ਾ ਕੀਤਾ ਸੀਗਾ ਜਾਂ ਕਰਾਇਆ ਗਿਆ ਸੀਗਾ, ਅਸੀਂ ਉਹਦਾ ਪੂਰਾ ਵਿਰੋਧ ਕੀਤਾ ਸੀਗਾ। ਸਾਡਾ ਇੱਕ ਕਹਿਣਾ ਬਹੁਤ ਵਾਜਿਬ ਸੀਗਾ ਕਿ ਬਹੁਤ ਪ੍ਰਵਾਸੀ ਲੋਕ ਰਾਜਪੁਰੇ ਦੇ ਵਿੱਚ ਆ ਰਹੇ, ਬਹੁਤ ਵੱਡੀ ਗਿਣਤੀ ਦੇ ਵਿੱਚ। ਜਿੱਥੇ ਕੋਈ ਰਾਜਪੁਰੇ ਦੇ ਵਿੱਚ ਕੋਈ ਵਪਾਰ ਕੋਈ ਇੰਨਾ ਵੱਡਾ ਨਹੀਂ ਹੈਗਾ, ਤਾਂ ਉਸ ਟਾਈਮ ਸਾਡਾ ਬਹੁਤ ਵਿਰੋਧ ਹੋਇਆ। ਤੁਸੀਂ ਕਿਉਂ ਕਹਿੰਦੇ ਹੋ? ਅਸੀਂ ਤਾਂ ਲੋਕਾਂ ਦੀ ਭਲਾਈ ਵਾਸਤੇ ਕਹਿੰਦੇ ਸੀਗੇ। ਅਸੀਂ ਗੱਲ ਕੀਤੀ, ਅਸੀਂ ਇੱਕ ਫਲਾਵਰ ਵੈਲੀ ਸੀਗੀ, ਹੈ ਨਾ। ਅਸੀਂ ਇਹ ਗੱਲ ਕੀਤੀ ਸੀ ਕਿ ਫਲਾਵਰ ਵੈਲੀ ਦੇ ਵਿੱਚ ਕਿ ਬਈ ਇਹ ਲੋਕ ਕਹਿੰਦੇ ਕਿ 100 ਕਰੋੜ ਰੁਪਏ ਦਾ ਘਪਲਾ ਕਬਨ ਹੈਗਾ, ਤੇ ਅਸੀਂ ਤਾਂ ਪੁੱਛਣਾ ਚਾਹੁੰਦੇ ਸੀਗੇ। ਅਸੀਂ ਲੋਕਾਂ ਨੂੰ ਇਨਵਾਈਟ ਕੀਤਾ ਕਿ ਸਾਡੇ ਪਲੇਟਫਾਰਮ ਤੇ ਆਓ, ਲੈਟਸ ਟਾਕ ਅਬਾਊਟ ਦਿਸ, ਕਿ ਜੇ ਹੈ ਤਾਂ ਬਹੁਤ ਮਾੜੀ ਗੱਲ ਹੈ, ਜੇ ਨਹੀਂ ਹੈ ਤਾਂ ਦੈਟਸ ਐਬਸੋਲੂਟਲੀ ਵੈਲਕਮ, ਹੈ ਨਾ। ਹਰ ਇੱਕ ਮੁੱਦਾ ਲੋਕਾਂ ਨੂੰ ਇਕੱਠਾ ਕਰਨ ਦਾ, ਲੋਕਾਂ ਦੇ ਘਰ ਘਰ ਜਾ ਕੇ ਲੋਕਾਂ ਨੂੰ ਮੈਂਬਰਸ਼ਿਪ ਕਰਾਉਣ ਦਾ ਇਹ ਪ੍ਰਣ ਕੀਤੇ ਸੀ ਕਿ ਰਾਜਨੀਤੀ ਨਹੀਂ ਕਰਾਂਗੇ ਉੱਤੇ। ਤੇ ਮੈਨੂੰ ਲੱਗਦਾ ਕਿ ਮੈਨੂੰ ਬਾਕੀਆਂ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਬਟ ਰਾਤ ਨੂੰ ਜਦ ਮੈਂ ਜਾ ਕੇ ਪੈਣਾ ਆਪਣੇ ਬੈੱਡ 'ਤੇ, ਤਾਂ ਮੈਨੂੰ ਬਹੁਤ ਹੀ ਸਕੂਨ ਮਿਲਦਾ ਕਿ ਮੈਂ ਸਮਾਜ ਦੇ ਨਾਲ ਅਤੇ ਪੂਰੇ ਸਮੁੱਚੇ ਰਾਜਪੁਰਾ ਜਿੱਥੇ ਤੱਕ ਮੈਂ ਕਰ ਸਕਦਾ, ਜਿੱਥੇ ਮੇਰੀ ਕੈਪੈਸਿਟੀ ਹੈ, ਅਸੀਂ 100% ਇਮਾਨਦਾਰੀ ਨਾਲ ਉਸ ਭੂਮਿਕਾ ਨੂੰ ਨਿਭਾਇਆ। ਬੱਬਲਾ ਜੀ, ਪਿੱਛੇ ਤੁਹਾਡਾ ਫੜ ਵੀ ਦਬਲਿਆ ਗਿਆ ਸੀਗਾ, ਕਾਫੀ ਟਾਈਮ ਤੁਸੀਂ ਪਰੇਸ਼ਾਨ ਰਹੇ ਹੋ, ਤੁਹਾਡੇ ਬੱਚੇ ਵੀ ਪਰੇਸ਼ਾਨ ਰਹੇ, ਘਰ ਦੇ ਵੀ ਪਰੇਸ਼ਾਨ ਰਹੇ ਹੈ, ਇੱਧਰ ਉੱਧਰ ਰੁਲਦੇ ਰਹੇ ਹੋ ਤੁਸੀਂ। ਕਿਆ ਕਹਿਣਾ ਚਾਹੋਗੇ ਜਿਹੜੇ ਦਿਨ ਦਾ ਇੰਤਜ਼ਾਰ ਕਰ ਰਹੇ ਸੀਗੇ? ਜਿੱਦਾਂ ਮੈਂ ਨਿਤਿਨ ਜੀ ਨੂੰ ਪੁੱਛਿਆ, ਅੱਜ ਉਹ ਦਿਨ ਆ ਗਿਆ, ਅੱਜ ਤੁਹਾਡੇ ਕੋਲ ਮੌਕਾ ਹੈ। ਕਹਿੰਦੇ ਗੋਵਰਧਨ ਪਰਬਤ ਚੱਕ ਲਿਆ ਸੀਗਾ ਚੀਚੀ ਉਂਗਲ ਤੇ ਕ੍ਰਿਸ਼ਨ ਭਗਵਾਨ ਨੇ, ਹੁਣ ਤੁਹਾਡੇ ਕੋਲ ਵੀ ਉਂਗਲ ਹੈ ਤੇ ਤੁਹਾਨੂੰ ਉਹਦਾ ਵੀ ਸਹਿਯੋਗ ਮਿਲੇਗਾ। ਕਿਆ ਕਹੋਗੇ ਕਿ ਵੀ ਮੈਂ ਪ੍ਰਦੀਪ ਜੀ, ਅੱਜ ਮਾਤਾ ਸਰਸਵਤੀ ਦਾ ਦਿਨ ਹੈ। ਸਰਸਵਤੀ ਮਾਤਾ ਦਾ ਐਸਾ ਦਿਨ ਹੈ ਨਾ, ਇਹ ਜਿਹੜੀ ਆਵਾਜ਼ ਸਾਡੀ ਬੁਲੰਦ ਹੁੰਦੀ ਹੈ, ਮਾਤਾ ਦੀ ਦੇਣ ਹੈ। ਜਾਂ ਅਸੀਂ ਸੱਚ ਦੀ ਆਵਾਜ਼ ਉਠਾਉਂਦੇ ਹਾਂ, ਸਾਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਹੈ, ਉਸ ਮਾਂ ਭਗਤੀ ਨਾਲ ਮਤਲਬ ਹੈ ਵੀ ਸਾਡੀ ਉੱਥੇ ਅਰਜ਼ ਮਨਜ਼ੂਰ ਹੁੰਦੀ ਹੈ। ਪ੍ਰਦੀਪ ਜੀ, ਅੱਜ ਝੂਠ ਬੋਲਣ ਦਾ ਕੋਈ ਸਾਧਨ ਨਹੀਂ ਹੈ। ਸਾਡੀ ਬਿਆਦਰੀ ਹੈ, ਰਾਜਪੁਰੇ ਦੇ ਬਿਆਦਰੀ ਸਾਡੇ। ਸਭ ਤੋਂ ਪਹਿਲੇ ਮੈਂ ਤੁਹਾਨੂੰ ਕਹਾਂਗਾ ਵੀ ਸਾਡੀ ਜਿਹੜੀ ਬਿਆਦਰੀ ਹੈ ਨਾ, ਬੋਲਪੁਰ ਬਿਆਦਰੀ, ਸਾਡੇ ਬੋਲਪੁਰ ਨੂੰ ਕਿਸੇ ਨੂੰ ਵੀ ਅਹੁਦਾ ਮਿਲਿਆ, ਇਹ ਐਸੀ ਬਿਆਦਰੀ ਹੈ ਕਿਸੇ ਦਾ ਮਾੜਾ ਸੋਚਦੀ ਨਹੀਂ। ਸਭ ਤੋਂ ਹੈ, ਭਾਵੇਂ ਪਿੰਡ ਦੇ ਹੋਣ ਭਾਵੇਂ ਸ਼ਹਿਰ ਦੇ ਹੋਣ, ਐਸੀ ਭਲੇ ਮਾਨਸੀ ਬਿਆਦਰੀ ਹੈ। ਮਾੜਾ ਦਾ ਕਰਨ ਬੜੀ ਦੂਰ ਰਹਿ ਗਿਆ, ਭਲੇ ਦਾ ਕੰਮ ਜ਼ਰੂਰ ਕਰਦੇ ਆ। ਬਾਕੀ ਰਹਿ ਗਿਆ ਮੇਰੇ ਫੜ ਦਾ। ਮੈਂ ਆਵਾਜ਼ ਉਠਾਈ ਸੀ ਵੀ ਜਿਹੜੇ ਗਰੀਬਾਂ ਕੋਲ 100 ਰੁਪਏ ਦੀ ਵਸੂਲੀ ਹੁੰਦੀ ਹੈ ਰੋਜ਼, ਰੇਹੜੀ ਵਾਲਾ, ਫੜੀ ਵਾਲਾ, ਯੂਪੀ ਵਾਲਾ, ਬਿਹਾਰ ਵਾਲਾ, ਜਿਹੜੇ ਪ੍ਰਦੇਸੀ ਬੰਦੇ ਆਉਂਦੇ ਆ ਇੱਥੇ ਜਿਹੜੇ ਹੈ ਆਪਣਾ ਰੋਜੀ ਰੋਟੀ ਕਮਾਉਣ ਵਾਸਤੇ, ਸਵੇਰੇ 100 ਰੁਪਏ ਫੜ ਦੇ ਉੱਪਰ ਲੈਂਦੇ ਆ, ਦੁਪਹਿਰ ਦੇ ਬਾਅਦ ਫੜ ਦੇ ਉੱਤੇ ਫਿਰ ਜਦ ਨੀਚੇ ਆ ਜਾਂਦਾ 100 ਰੁਪਏ ਫਿਰ ਲੈਂਦੇ ਆ। ਲੱਖ ਰੁਪਏ ਰੋਜ਼ ਦੀ ਜਿਹੜੀ ਹੈ ਵਸੂਲੀ ਹੋਈ ਹੈ। ਮੈਂ ਉਹਦੀ ਆਵਾਜ਼ ਉਠਾਈ। ਆਵਾਜ਼ ਉਠਾਉਣਾ ਹਰ ਬੰਦੇ ਦਾ ਧਰਮ ਬਣਦਾ, ਜਾਂ ਸਾਨੂੰ ਆਵਾਜ਼ ਮਿਲੀ ਹੈ ਤਾਂ ਆਵਾਜ਼ ਉਠਾਈਏ। ਮੇਰੇ ਫੜ ਦੇ ਉੱਤੇ 200 ਬਦਮਾਸ਼ ਭੇਜੇ, ਮੇਰਾ ਮਾਰਨ ਦਾ ਪਲਾਨ ਬਣਾਇਆ, ਮੇਰੇ ਤੇ ਮੇਰੇ ਮੁੰਡੇ ਦੇ। ਕਿਹਨੇ ਭੇਜੇ? ਮੌਜੂਦਾ ਐਮਐਲਏ ਨੇ। ਕਿੱਦਾਂ ਕਹਿ ਸਕਦੇ? ਮੌਜੂਦਾ ਯਾਰ ਕਹਿ ਸਕਦੇ ਆ, ਕਿਸੇ ਦੀ ਕਿਆ ਜ਼ਰੂਰਤ ਹੈ। ਮੈਂ 60 ਸਾਲ ਦੀ ਉਮਰ ਕੀਤੀ ਹੈ, ਅੱਜ ਵੀ ਮੈਂ ਦਾਅਵੇ ਨਾਲ ਕਹਿੰਦਾ ਮੈਂ 60 ਸਾਲ ਦੀ ਉਮਰ ਕੀਤੀ ਹੈ, ਸੱਚ ਦੀ ਲੜਾਈ ਲੜੀ ਹੈ। ਅੱਜ ਵੀ ਮੈਂ ਕਹਿੰਦਾ ਬਜਾਰ ਜਿੰਨਾ ਮਰਜ਼ੀ। ਤੁਹਾਡੇ ਕਹਿਣ ਦੇ ਹਿਸਾਬ ਨਾਲ ਕਿ ਮੌਜੂਦਾ ਐਮਐਲਏ ਵੱਲੋਂ ਇਹ ਤੁਹਾਡਾ ਫੜ ਦਬਲਿਆ ਗਿਆ ਸੀਗਾ, ਤੇ ਜਦ ਤੁਸੀਂ ਆਵਾਜ਼ ਚੱਕੀ ਤੁਹਾਨੂੰ ਫੜ ਤੁਹਾਡਾ ਮਿਲ ਗਿਆ ਵਾਪਸ। ਹੁਣ ਵੀ ਇਹ ਕੰਮ ਚੱਲ ਰਹੇ ਹੈ ਜਾਂ ਹੁਣ ਬੰਦ ਹੋ ਗਿਆ ਕੰਮ? ਗੱਲ ਐਵੇਂ ਹੈ, ਸਾਡੀ ਖਾਸ ਤੌਰ ਬਿਆਦਰੀ ਨੂੰ ਟਾਰਗੇਟ ਕੀਤਾ ਗਿਆ ਸੀ 5 ਸਾਲ ਦੇ ਵਿੱਚ। 19 ਸਾਲ ਪਹਿਲੇ 19 ਨੰਬਰ ਵਾਰਡ ਦੇ ਵਿੱਚ ਕੰਮ ਚੱਲਿਆ ਸੀ। ਸਿਰਫ ਸਾਡੀ ਬਿਆਦਰੀ ਦੀ ਇੱਜ਼ਤ ਨੂੰ ਹੱਥ ਪਾਇਆ ਸੀ, ਫਿਰ ਸਾਡੇ ਬਿਜ਼ਨਸ ਨੂੰ ਹੱਥ ਪਾਇਆ, ਫਿਰ ਕਾਰੋਬਾਰ ਨੂੰ ਹੱਥ ਪਾਇਆ। ਐਂਡ ਇੱਥੇ ਸਾਡਾ ਹੋਇਆ, ਸਾਡੀਆਂ ਜਾਇਦਾਦਾਂ ਨਹੀਂ ਛੱਡੀਆਂ, ਸਾਡੇ ਅੰਦਰ ਵੜ ਗਏ। ਮੇਰਾ ਫੜ ਦੱਬਣ ਦਾ ਕਾਰਨ ਕੀ ਸੀ? ਮੈਂ ਇੱਕ ਸੱਚ ਦੀ ਆਵਾਜ਼ ਉਠਾਈ, ਮੈਨੂੰ ਵਾਪਸੀ ਮਿਲਿਆ। ਅੱਜ ਵੀ ਮੇਰੀ ਥੋੜੀ ਜਗ੍ਹਾ ਜਿਹੜੀ ਹੈ ਧੋਖੇ ਨਾਲ ਰੱਖੀ ਹੋਈ ਹੈ। 12 ਕਬਜ਼ੇ ਹੋਏ ਆ ਸਬਜ਼ੀ ਮੰਡੀ ਦੇ ਵਿੱਚ, ਔਰ 12 ਬੋਲਪੁਰੀਆਂ। ਕਰ ਕੌਣ ਰਿਹਾ ਕਬਜ਼ੇ? ਐਮਐਲਏ ਸਾਹਿਬ ਕਰ ਰਹੇ ਜਾਂ ਉਹਨਾਂ ਦੇ ਅੱਗੇ ਕੋਈ ਬੰਦਾ ਕਰ ਰਿਹਾ, ਉਹਨਾਂ ਦਾ ਨਾਂ ਲੈ ਕੇ ਕਰ ਰਿਹਾ? ਗੱਲ ਹੈ, ਮੈਂ ਬੰਦਾ ਇਹਨਾਂ ਨੇ ਟੁੱਟਿਆ ਜਿਹਾ ਐਮਸੀ ਛੱਡਿਆ ਪਿਆ, ਜਿਹੜਾ ਸ਼ਾਮ ਨੂੰ ਉੱਥੇ ਆ ਕੇ ਵਸੂਲੀ ਕਰਦਾ, ਔਰ ਇਹਨਾਂ ਨੂੰ ਸਾਰਾ ਪਤਾ
ਤੁਸੀਂ ਸ਼ਾਸਤਰੀ ਦੇ ਸਾਡੇ ਭੋਲਪੁਰੀ ਭਰਾ ਹੈ ਨਾ, ਉਹ ਤਾਂ ਭਰਾ ਹੈ, ਉਹ ਸ਼ਿਮਲੇ ਜਾਂਦਾ ਘੁਮਾਉਣ ਵਾਸਤੇ, ਉਹਨੂੰ ਪੁੱਛ ਕੇ ਦੇਖ ਲਓ। ਇੱਕ ਪਾਸੇ ਬਿਆਦਰੀ ਹੈ, ਇੱਕ ਪਾਸੇ ਚੰਦ ਲੋਕ ਹੈ ਜਿਨ੍ਹਾਂ ਦਾ ਫਾਇਦਾ ਤੁਸੀਂ ਕਰ ਰਹੇ ਹੋ। ਔਰ ਬਿਆਦਰੀ ਦੇ ਵਿੱਚ ਤੁਹਾਡਾ ਡਰਾਵ ਥੱਲੇ ਆ ਰਿਹਾ, ਇਹ ਉਹ ਬਿਆਦਰੀ ਹੈ ਮਿਹਨਤ ਰੋਜੀ ਨਾਲ ਕਰਕੇ ਜਿਹੜੀ ਹੈ ਇੱਥੇ ਤੱਕ ਪਹੁੰਚੀ ਹੈ। 60 ਸਾਲ ਰੇੜੀਆਂ ਲਾਈਆਂ ਸਾਡੇ ਮਾਂ ਪਿਓਾਂ ਨੇ, ਸਾਨੂੰ ਇਹ ਜਗ੍ਹਾ ਮਿਲੀ ਹੈ ਜਿਹੜੀ ਅਸੀਂ ਰੋਜੀ ਰੋਟੀ ਖਾ ਰਹੇ ਹਾਂ। ਉਹਦੇ ਉੱਤੇ ਤੁਸੀਂ ਇੰਨਾ ਵੱਡਾ ਪ੍ਰੋਗਰਾਮ ਕਰੋ। ਮੇਰੇ ਬੱਚੇ ਨੂੰ ਮਾਰਨ ਦਾ ਪਲਾਨ ਬਣਾਓ, ਮੇਰੇ ਬੱਚੇ ਨੂੰ ਸਾਈਡ ਮਰਾਈ ਦੀ। ਮੇਰਾ ਬੱਚਾ ਜਿਹੜਾ ਹੈ 1 ਮਹੀਨਾ ਹਸਪੀਟਲ ਪਿਆ ਰਹਿ ਗਿਆ, ਕੋਈ ਕਾਰਵਾਈ ਨਹੀਂ ਹੋਈ। ਇਹ ਮਾਂ ਭਗਤੀ ਦਾ ਆਸ਼ੀਰਵਾਦ ਸੀ ਜਿਹੜਾ ਮੈਂ ਅੱਜ ਤੱਕ ਨਹੀਂ ਦੱਬਿਆ। ਹੋਰ ਕੋਈ ਹੁੰਦਾ ਛੱਡ ਜਾਂਦਾ, ਇਹ ਛਡਾ ਦਿੰਦੇ। ਔਰ ਮੈਂ ਅਪੀਲ ਕਰਾਂਗਾ ਖਾਸ ਤੌਰ ਆਪਣੀ ਬਿਆਦਰੀਆਂ ਨੂੰ ਵੀ ਜੇ ਅੱਜ ਗਲਤੀ ਕੀਤੀ ਨਾ, ਇਹ ਦੁਬਾਰਾ ਨਹੀਂ ਕੋਈ ਮੌਕਾ ਮਿਲਣਾ। ਸਹੀ ਫੈਸਲਾ ਲਓ ਜਿਹੜਾ ਹੈ। ਕਿਹੜਾ ਇਹੋ ਜਿਹਾ ਐਮਸੀ ਹੈ ਜਿਹੜਾ ਇਹੋ ਜਿਹੇ ਕੰਮ ਕਰ ਰਿਹਾ ਹੈ? ਉਹ ਇੱਕ ਜੱਸੀ ਛੱਡਿਆ ਪਿਆ ਜਿਹੜਾ ਐਮਸੀ, ਉਹਦਾ ਰਿਕਾਰਡ ਪੁੱਛੋ ਜਾ ਕੇ ਉੱਥੋਂ ਪੀਰ ਕਲੋਨੀ ਦੇ ਵਿੱਚ, ਸਤਨਾਮ ਨਗਰ ਦੇ ਵਿੱਚ, ਜਿਹਨੂੰ ਸ਼ਹਿ ਦਿੱਤੀ ਵੀ ਹੈ, ਜਿਹਨੂੰ ਪ੍ਰਧਾਨ ਜੀ ਸ਼ਿਮਲੇ ਠੰਡੇ ਇਲਾਕੇ 'ਚ ਲੈ ਕੇ ਜਾਂਦੇ ਆ, ਬਰਫ਼ ਵਾਲੇ ਇਲਾਕੇ ਦੇ ਵਿੱਚ। ਉਹ ਲੈ ਜਾਓ, ਕਿਸੇ ਗਰੀਬ ਨੂੰ ਲੈ ਜਾਓ, ਹੈ ਆਪ ਕੰਮ ਕਰੇ, ਕਿਸੇ ਨੂੰ ਰੇੜੀ ਲਵਾਓ। ਮੈਂ ਕਹਿੰਦਾ ਇਹ ਆਪ ਕੰਮ ਕਰਨ, ਮੈਂ ਸਾਰਾ ਫੜ ਛੱਡ ਦਿਆਂਗਾ। ਇਹਨਾਂ ਨੂੰ ਪਤਾ ਲੱਗ ਜਾਵੇ ਰੇੜੀ 15 ਕਿਲੋਮੀਟਰ ਚਲਾ ਕੇ ਕਿਵੇਂ ਰੋਟੀ ਖਾਈਦੀ ਹੁੰਦੀ ਆ। ਹੈ ਤੁਸੀਂ ਅੱਜ ਯਾਰ ਅਜੇ ਮਿਸਾਲਾਂ ਦਿੰਦੇ ਹੋ। ਸਾਈਕਲ ਚਲਾਉਣ ਵਾਲਾ ਅਜੇ ਜਹਾਜ਼ ਤੇ ਪਹੁੰਚ ਗਿਆ, ਅਜੇ ਵੀ ਨਹੀਂ ਤੁਸੀਂ ਯਾਰ ਪੇਟ ਭਰਿਆ ਤੁਹਾਡਾ, ਫਿਰ ਸਾਡੀ ਬਿਆਦਰੀ ਨੂੰ ਤੁਸੀਂ ਟਾਰਗੇਟ ਕਰਦੇ ਹੋ। ਮੈਂ ਡਟ ਕੇ ਕਹਾਂਗਾ ਜੋ ਸਾਡੀ ਬਿਆਦਰੀ ਦਾ ਨੁਕਸਾਨ ਹੋਇਆ, ਜਾਂ ਬਿਆਦਰੀ ਸਹੀ ਸੂਝਵਾਨ ਹੈ ਨਾ, ਇਸ ਧਰਤੀ ਮਾਤਾ ਨੂੰ ਅਸੀਂ ਪਿਆਰ ਕਰਦੇ ਹਾਂ। ਜਿਹੜੀ ਰਾਜਪੁਰੇ ਦੀ ਸਾਡੇ ਮਾਂ ਪਿਓਾਂ ਨੇ ਜਿਹੜੀ ਇਹ ਧਰਤੀ ਨੂੰ ਇਮਾਨਦਾਰੀ ਦਾ ਲੇਬਲ ਦਿੱਤਾ ਰਾਜਪੁਰਾ, ਅੱਜ ਰਾਜਪੁਰੇ ਨੂੰ ਤੁਸੀਂ ਕਿਆ ਬਣਾ ਦਿੱਤਾ? ਜਰਾ ਦੇ ਬਦਨਾਮ ਕਰਤਾ। ਸਾਡੇ ਮਾਲ ਬੰਦ ਹੋ ਗਏ ਪ੍ਰਦੀਪ ਜੀ, ਬਾਹਰੋਂ ਆਣ, ਉੱਥੇ ਵਪਾਰੀ ਸਾਨੂੰ ਮਾਲ ਨਹੀਂ ਦਿੰਦੇ ਵੀ ਲੱਖ ਰੁਪਏ ਦਾ ਤੁਹਾਨੂੰ ਮਾਲ ਦੇ ਦਈਏ। ਤੁਹਾਡੇ ਰਾਜਪੁਰੇ ਦਾ ਜੁਗਾ ਚੱਲਦਾ, ਸਾਰਾ ਕੁਝ ਚੱਲਦਾ, ਤੁਸੀਂ ਕਿਦੋਂ ਸਾਨੂੰ ਪੈਸੇ ਮੋੜ ਦਿਓਗੇ? ਅੱਜ ਉਸ ਧਰਤੀ ਨਾਲ ਅਸੀਂ ਪਿਆਰ ਕਰਦੇ ਹਾਂ, ਰੋ ਰਹੇ ਹਾਂ ਬਈ ਨਾ, ਮਾਂ ਸਰਸਵਤੀ ਹੁਣ ਕਿਰਪਾ ਕਰਨਾ। ਮਾਂ ਸਰਸਵਤੀ ਨੇ ਤੁਹਾਡੀ ਅਰਦਾਸ ਸੁਣੀ ਹੈ, ਲੋਕਲ ਵੀ ਦੇਤੇ ਉਮੀਦਵਾਰ ਤੇ ਆਪਣਾ ਤੁਹਾਡੀ ਬਰਾਦਰੀ ਦਾ ਵੀ ਜਗਦੀਸ਼ ਕੁਮਾਰ ਜੱਗਾ ਨੂੰ ਟਿਕਟ ਦਿੱਤੀ ਬੀਜੇਪੀ ਨੇ, ਤੇ ਉਹਨਾਂ ਨੂੰ ਵੋਟ ਪਾਉਣ ਦੀ ਅਪੀਲ ਕਰੋ। ਸਾਡੇ ਬਿਆਦਰੀ ਦੇ 3-4 ਚਿਹਰੇ ਸੀ। ਪ੍ਰਵੀਨ ਛਾਬੜਾ ਸੀ, ਜਿਨ੍ਹਾਂ ਨੂੰ ਆਮ ਪਾਰਟੀ ਨਹੀਂ ਸਮਝ ਸਕੀ। ਆਮ ਪਾਰਟੀ ਕਹਿੰਦੀ ਹੈ ਵੀ ਆਮ ਲੋਕਾਂ ਦੀ ਪਾਰਟੀ ਹੈ, ਆਮ ਜਾਂ ਲੋਕਾਂ ਦੀ ਪਾਰਟੀ ਹੈ। ਅੱਜ ਕਰਾ ਲਓ, ਪ੍ਰਵੀਨ ਛਾਬੜੇ ਦਾ ਕਿਆ ਕੱਦ ਉੱਚਾ, ਪ੍ਰਵੀਨ ਛਾਬੜੇ ਨੂੰ ਨਹੀਂ ਮਿਲੀ। ਅਸੀਂ ਪ੍ਰਵੀਨ ਛਾਬੜੇ ਦੇ ਪਿੱਛੇ ਦਿਨ ਰਾਤ ਜਿਹੜੇ ਅਸੀਂ ਪੂਰੀ ਬਿਆਦਰੀ ਖੜੀ ਸੀ। ਤਨੂੰ ਖੁਰਾਨਾ ਜਿਹਾ ਸੀ, ਜਿਸ ਰਾਜ ਖੁਰਾਨੇ ਨੇ 30 ਸਾਲ ਆਜ ਤੇ ਸਿਆਸਤ ਦੇ ਵਿੱਚ ਬੋਲਪੁਰੀਆਂ ਦਾ ਕੱਦ ਉੱਚਾ ਕੀਤਾ, ਬੋਲਪੁਰੀਆਂ ਦਾ ਝੰਡਾ ਲੈ ਕੇ ਚੱਲਿਆ। ਕਿਉਂ ਨਾ ਲਾਈਏ ਜੀ, ਹਰ ਕੌਮ ਨੂੰ ਚਾਹੀਦਾ ਵੀ ਆਪਣੀ ਕੌਮ ਦਾ ਝੰਡਾ ਬੁਲੰਦ ਕਰਨ। 93 ਦੇ ਵਿੱਚ ਉਹਨਾਂ ਨੇ ਜਿਹੜੀ ਹੈ ਸ਼ੋਭਾ ਯਾਤਰਾ ਕੱਢੀ, ਹਰਿਦੁਆਰ ਲੈ ਕੇ ਗਏ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੋਲਪੁਰੀ, ਤੇ ਖੁਰਾਨਾ ਜੀ ਦੇ ਬੇਟੇ ਦਾ ਹੱਕ ਬਣਦਾ ਸੀ, ਉੱਥੋਂ ਕੱਢਤੀ। ਚਲੋ ਅਗਲੇ ਨੇ ਹਿੰਮਤ ਕੀਤੀ ਹੈ, ਟਿਕਟ ਲਿਆਇਆ ਨਾ, ਟਿਕਟ ਜਿਵੇਂ ਮਰਜ਼ੀ ਲਿਆਇਆ। ਬੋਲਪੁਰੀਆਂ ਦਾ ਜਿਹੜਾ ਹੈ ਉਹਨੇ ਕੀਤਾ, ਬੋਲਪੁਰੀਆਂ ਦੇ ਨਾਲ ਬੋਲਪੁਰੀਆਂ ਨੂੰ ਪਿੰਡ ਵਾਲੇ ਇੰਨੇ ਪਸੰਦ ਕਰਦੇ ਆ। ਕਿਆ ਖੁਰਾਨਾ ਜੀ ਦਾ ਕਿੰਨਾ ਕੁ ਵਿਰੋਧ ਹੋਇਆ? ਗਰਾਂਟਾਂ ਦਿੱਤੀਆਂ, ਸੜਕਾਂ ਬਣਾਈਆਂ, ਸਾਰਾ ਕੁਝ ਕਰਾਈਆਂ। ਯਾਰ ਤੁਸੀਂ ਵਿਕਾਸ ਕਰਾਰੇ ਕਹਿੰਦੇ ਹੋ, ਅੱਜ ਸਾਡਾ 23 ਨੰਬਰ ਚਲੋ ਉੱਥੇ ਤੱਕ ਸਬਜ਼ੀ ਮੰਡੀ ਤੁਸੀਂ ਵੜ ਨਹੀਂ ਸਕਦੇ। ਸਾਡੀਆਂ ਭੈਣਾਂ ਮਾਵਾਂ ਆਉਂਦੀਆਂ, ਸਬਜ਼ੀ ਮੰਡੀ ਐਂਟਰੀ ਨਹੀਂ ਹੋ ਸਕਦੀ, ਇੰਨਾ ਗੰਦਗੀ ਦੇ ਢੇਰ ਲੱਗੇ ਹੋਏ ਆ। ਸਫਾਈ ਦਾ ਸਾਧਨ ਨਹੀਂ ਆ ਵੀ ਤੁਸੀਂ 100 ਰੁਪਏ ਸਿਰਫ ਵਸੂਲੀ ਕਰੋ। ਨਾਲੇ ਕਹਿੰਦੇ ਕਿ ਆਪਣਾ ਸਵੱਛਤਾ ਦੇ ਉੱਤੇ ਪਹਿਲਾ ਇਨਾਮ ਮਿਲਿਆ ਰਾਜਪੁਰਾ ਨੂੰ। ਪਹਿਲਾ ਇਨਾਮ ਤਾਂ ਮਿਲਿਆ, ਘਰ ਬੈਠੇ ਜੋ ਮਰਜ਼ੀ ਲੈ ਲਓ, ਉਹੀ ਟੀਮ ਬੁਲਾ ਲਓ ਨਾ, ਅਸੀਂ ਨਾਲ ਚੱਲਦੇ ਹਾਂ, ਪਤਾ ਨਾਲ ਕਿੰਨਾ ਕੁ ਇਨਾਮ ਮਿਲ ਜਾਂਦੇ ਆ। ਅਸੀਂ 100 ਕਰੋੜ ਦੀ ਆਵਾਜ਼ ਉਠਾਈ, ਬੋਲਪੁਰ ਸਮਾਜ ਨੇ ਉਠਾਈ। ਨਿਤਨ ਦੇ ਮੈਂ ਇਹਦੀ ਸ਼ੁਰੂਆਤ ਕੀਤੀ। ਜਿਹੜੀ ਅੱਜ ਬੱਚਿਆਂ ਦਾ ਜਾਂ ਪਾਰਕ ਬਣਿਆ ਨਾ, ਇਹ ਬੋਲਪੁਰ ਸਮਾਜ ਦੀ ਦੇਣ ਹੈ। ਬੋਲਪੁਰ ਸਮਾਜ ਨਾਲ ਆਵਾਜ਼ ਉਠਾਉਂਦਾ। 100 ਰੁਪਏ ਤੁਸੀਂ ਰੇਹੜੀ ਵਾਲੇ ਕੋਲ ਲੈਂਦੇ ਹੋ 5 ਫੁੱਟ ਦੀ ਜਗ੍ਹਾ ਦਾ, 70 ਰੁਪਏ ਰੋਜ਼ ਤੇ ਤੁਸੀਂ ਜਿਹੜੀ ਹੈ 1 ਕਰੋੜ ਰੁਪਏ ਦੀ ਜਿਹੜੀ ਹੈ ਜਗ੍ਹਾ ਕਿਸੇ ਨੂੰ ਦੇ ਦਿੱਤੀ। ਕਿਸੇ ਨੂੰ ਕਿਆ ਦੇ ਦਿੱਤੀ? ਤੁਸੀਂ ਆਪ ਹੈ। ਜਾਨ ਨਹੀਂ ਛੁੱਟਣੀ ਪ੍ਰਦੀਪ ਜੀ। ਸਾਡਾ ਅਸੀਂ ਜਿਹੜਾ ਹੈ ਪੂਜਾ ਪਾਠ ਕਰਨ ਵਾਲੇ ਆ, ਰੋਟੀ 3 ਵਜੇ ਉੱਠਦੇ ਆ, ਰਾਤ ਨੂੰ 12 ਵਜੇ ਘਰ ਜਾਂਦੇ ਆ। ਮੈਂ ਤੁਹਾਨੂੰ ਅੱਜ ਕਹਿੰਦਾ ਜਾਨ ਨਹੀਂ ਛੁੱਟਣੀ। ਹੁਣ ਕਿਸੇ ਪਾਰਟੀ ਨੇ ਵੀ ਤੁਹਾਡੀ ਮੰਗ ਨਹੀਂ ਮੰਨੀ, ਬਰਾਦਰੀ ਦੇ ਕਿਸੇ ਬੰਦੇ ਨੂੰ ਟਿਕਟ ਨਹੀਂ ਦਿੱਤੀ। ਬੀਜੇਪੀ ਪਾਰਟੀ ਨੇ ਤੁਹਾਡੀ ਮੰਗ ਮੰਨੀ ਹੈ, ਬਰਾਦਰੀ ਦੇ ਬੰਦੇ ਨੂੰ ਜਗਦੀਸ਼ ਕੁਮਾਰ ਜੱਗਾ ਨੂੰ, ਸਮਾਜ ਸੇਵਾ ਵੀ ਕਰਦੇ ਰਹਿੰਦੇ ਆ ਉੱਥੇ, ਸਾਰਾ ਕੁਝ ਚੱਲ ਰਿਹਾ ਉਹਨਾਂ ਦੇ, ਸਾਰਾ ਦੇਖਦੇ ਹੀ ਹੋ ਤੁਸੀਂ, ਠੀਕ ਹੈ। ਟਰਸਟ ਵੀ ਚਲਾ ਰਿਹਾ ਉਹ, ਤੇ ਬਰਾਦਰੀ ਸਾਥ ਦੇਗੀ ਉਹਨਾਂ ਦਾ, ਪੂਰਾ ਸਾਥ ਦੇਗੀ। ਤੁਸੀਂ ਡਟ ਕੇ ਅੱਗੇ ਵਧ ਕੇ ਉਹਨਾਂ ਦਾ ਝੰਡਾ ਚੱਕ ਕੇ ਕਰੋਗੇ। ਗੱਲ ਦੇਖੋ ਪ੍ਰਦੀਪ ਜੀ, ਗੱਲ ਆਂਦੀ ਹੈ ਬਿਆਦਰੀ ਦੀ। ਬਿਆਦਰੀ ਬੜੀ ਸੂਝਵਾਨ ਹੈ। ਬਿਆਦਰੀ ਗਲਤੀ ਕਰ ਬੈਠੀ ਸੀ। ਖੁਰਾਨਾ ਜੀ ਜਿਹੜੇ ਚੱਲ ਵਸੇ ਸੀ ਨਾ, ਬਿਆਦਰੀ ਨੇ ਬੜਾ ਕੁਝ ਸੋਚਿਆ ਸੀ ਬਈ ਇਹ ਕਸਮਾਂ ਖਾਣ ਵਾਲੇ ਲੋਕ ਹੈ, ਵਧੀਆ ਕਸਮਾਂ ਖਾਂਦੇ ਹੈ, ਲੋਲੀਪੌਪ ਦੇ ਕੇ ਹੈ ਜਿਹੜੇ ਹੈ ਸੱਤਾ ਹਾਸਲ ਕਰ ਲਈ। ਸੱਤਾ ਹਾਸਲ ਦੇ ਵਿੱਚ ਤੁਸੀਂ ਦੇਖ ਲਓ ਵੀ ਕਿਆ ਰਿਜ਼ਲਟ ਨਿਕਲਿਆ।
ਮੇਰਾ ਸਵਾਲ ਇਹ ਹੈ ਕਿ ਬਰਾਦਰੀ ਦੇ ਕੈਂਡੀਡੇਟ ਨੂੰ ਟਿਕਟ ਮਿਲੀ ਹੈ, ਤੁਸੀਂ ਝੰਡਾ ਚੱਕ ਕੇ ਚਲੋਗੇ ਜੱਗੇ ਜੀ ਨਾਲ? ਗੱਲ ਐਵੇਂ ਹੈ ਜੀ, ਮੈਂ ਬੀਜੇਪੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ। ਇੱਕ ਬੀਜੇਪੀ ਹੈ ਜਿਹੜਾ ਇਹੋ ਜਿਹੇ ਲੋਕਾਂ ਨੂੰ, ਘਪਲੇਬਾਜ਼ ਲੋਕਾਂ ਦੀ ਨੱਸ ਦੱਬ ਸਕਦੀ ਹੈ, ਗੁੰਡਾ ਰਾਜ ਖਤਮ ਕਰ ਸਕਦੀ ਹੈ। ਇਹ ਬੀਜੇਪੀ ਐਸੀ ਹੈ। ਮੈਂ ਤਾਂ ਕਹਿੰਦਾ ਇਹੋ ਜਿਹੇ ਪ੍ਰਧਾਨ ਮੰਤਰੀ ਦੀ ਬੜੀ ਵੱਡੀ ਉਮਰ ਹੋਵੇ ਤੇ ਲੋਕ ਸੁੱਖ ਸ਼ਾਂਤੀ ਨਾਲ ਨੀਂਦ ਸੋ ਸਕਣ। ਬੱਬਲਾ ਜੀ ਨੇ ਕਹਿਤਾ ਹੈਗਾ ਕਿ ਵੀ ਜਗਦੀਸ਼ ਕੁਮਾਰ ਜੱਗਾ ਨੂੰ ਬੀਜੇਪੀ ਵੱਲੋਂ ਜਿਹੜੀ ਟਿਕਟ ਦਿੱਤੀ ਗਈ ਹੈ, ਇਹ ਝੰਡਾ ਚੱਕ ਕੇ ਉਹਨਾਂ ਨਾਲ ਚੱਲਣਗੇ, ਅੱਗੇ ਵਧਣਗੇ, ਉਹਨਾਂ ਨੂੰ ਸਪੋਰਟ ਕਰਨਗੇ ਤੇ ਬਰਾਦਰੀ ਨੂੰ ਵੀ ਕਹਿਣਗੇ ਕਿ ਵੀ ਜੱਗਾ ਜੀ ਨੂੰ ਸਪੋਰਟ ਕਰਨ। ਕੱਲ ਸ਼ਾਮ ਸੁੰਦਰ ਵਧਵਾ ਜੀ ਛੱਡ ਗਏ ਹੈ ਬੀਜੇਪੀ ਨੂੰ, ਆਮ ਆਦਮੀ ਪਾਰਟੀ ਚਲੇ ਗਏ। ਇਹ ਤਾਂ ਸ਼ਾਮ ਸੁੰਦਰ ਵਧਵਾ ਜੀ ਦੱਸ ਸਕਦੇ ਹੈ ਕਿਉਂ ਚਲੇ ਗਏ? ਬਰਾਦਰੀ ਚ ਹਲੇ ਵੀ ਚੱਲ ਰਹੀ ਹੈ ਕਿ ਨਾਰਾਜ਼ਗੀਆਂ? ਕਿਸੇ ਤੁਸੀਂ ਦੀ ਇਕੱਠਾ ਕਰਨਾ ਬਰਾਦਰੀ ਕਿਸੇ ਦੀ ਨਾਰਾਜ਼ਗੀ, ਬਰਾਦਰੀ ਨੂੰ ਕੋਈ ਨਾਰਾਜ਼ਗੀ ਚੱਲ ਰਹੀ ਹੈ? ਜੱਗਾ ਜੀ ਤੋਂ ਨਾਰਾਜ਼ ਹੋ ਕੇ ਗਏ ਆ ਉਹ ਕਿ ਕਿੱਦਾਂ ਗਏ ਆ? ਤੁਹਾਨੂੰ ਕੀ ਲੱਗਦਾ ਹੈ? ਕਿਉਂਕਿ ਤੁਸੀਂ ਬਰਾਦਰੀ ਦੇ ਬਹੁਤ ਵਿੱਚ ਰਹਿੰਦੇ ਹੋ, ਤੁਸੀਂ ਲਾਈਵ ਕਰਦੇ ਹੋ, ਕੋਈ ਵੀ ਜਿਹੜਾ ਵੀ ਕਹਦੇ ਮੈਂ ਬਰਾਦਰੀ ਦਾ ਲੀਡਰ ਹਾਂ, ਫਲਾਣਾ ਟਮਕਾਣਾ, ਧੱਕੇ ਹੋਏ, ਇਹ ਹੋਇਆ, ਕੋਈ ਸਾਹਮਣੇ ਨਹੀਂ ਆਇਆ। ਤੁਸੀਂ ਸਾਹਮਣੇ ਆਉਂਦੇ ਰਹੇ ਹੋ, ਠੀਕ ਹੈ। ਬੱਬਲਾ ਜੀ ਨੇ ਆਪਣਾ ਨੁਕਸਾਨ ਕਰਾਇਆ, ਠੀਕ ਹੈ, ਫੜ ਦਬ ਲਿਆ ਸੀਗਾ, ਮੁੰਡਾ ਹਸਪੀਟਲ 'ਚ ਦਾਖਲ ਸੀਗਾ, ਕੁਰਬਾਨੀਆਂ ਦਿੱਤੀਆਂ ਬਰਾਦਰੀ ਪਿੱਛੇ। ਮੈਂ ਇਹੀ ਪੁੱਛ ਰਿਹਾ ਸ਼ਾਮ ਸੁੰਦਰ ਵਧਵਾ ਜੀ ਦਾ ਕਿਆ ਹੋਏਗਾ ਕਿ ਵੀ ਕਿਆ ਮੰਚ ਹੋਏਗੀ ਉਹਨਾਂ ਦੀ ਕਿ ਵੀ ਉਹਨਾਂ ਨੇ ਬੀਜੇਪੀ ਪਾਰਟੀ ਛੱਡ ਦਿੱਤੀ? ਦੇਖੋ ਪ੍ਰਦੀਪ, ਸ਼ਾਮ ਸੁੰਦਰ ਵਧਵਾ ਜੀ ਬੜੇ ਸਤਿਕਾਰਯੋਗ ਮੇਰੇ ਵੱਡੇ ਭਰਾ ਹੈ ਨਾ। ਮੈਨੂੰ ਪਤਾ ਨਹੀਂ ਕਿ ਕਿਆ ਰੀਜ਼ਨ ਸੀਗਾ, ਮੈਂ ਤਾਂ ਆਇਆ ਵੀ ਅੱਜ ਹੈ ਨਾ। ਤੇ ਦਿਸ ਇਜ਼ ਨਾਟ ਆਲ ਅਬਾਊਟ ਕਿ ਜੇਕਰ ਸ਼ਾਮ ਸੁੰਦਰ ਵਧਵਾ ਜੀ ਜੇਕਰ ਕਿਸੇ ਹੋਰ ਪਾਰਟੀ ਦੇ ਵਿੱਚ ਹੈ ਤਾਂ ਉਹ ਬਰਾਦਰੀ ਤੇ ਨਹੀਂ ਜਾਂ ਕੋਈ ਨਾਰਾਜ਼ਗੀ ਹੋਏਗੀ। ਆਈ ਡੋਂਟ ਨੋ, ਕਿਉਂਕਿ ਸ਼ਾਇਦ ਹੋ ਸਕਦਾ ਕਿ ਪੋਲੀਟੀਕਲ ਉਹਨਾਂ ਦੀ ਕੋਈ ਸਟ੍ਰੈਟੇਜੀ ਹੋਏ ਜਾਂ ਉਹਨਾਂ ਨੇ ਮੇਰੇ ਤੋਂ ਜ਼ਿਆਦਾ ਬਿਹਤਰ ਉਹ ਤੁਹਾਨੂੰ ਦੱਸ ਸਕਦੇ। ਮੈਂ ਉਹਨਾਂ ਦੇ ਬਾਰੇ ਕੋਈ ਕਮੈਂਟ ਕਰਨਾ ਚਾਹੂੰਗਾ ਨਹੀਂ। ਬੱਬਲਾ ਜੀ ਨੇ ਕਿਹਾ ਹੈ ਬਰਾਦਰੀ ਦਾ ਬੰਦਾ ਖੜਿਆ, ਤੁਹਾਡੀ ਵੀ ਮੰਗ ਸੀਗੀ ਕਿ ਬਰਾਦਰੀ ਦਾ ਬੰਦਾ ਖੜੇਗਾ ਤਾਂ ਬਰਾਦਰੀ ਇੱਕ ਹੋ ਕੇ ਆਪਣੀ ਬਰਾਦਰੀ ਦੀ ਸਪੋਰਟ ਕਰੇਗੀ, ਪਰ ਸ਼ਾਮ ਸੁੰਦਰ ਵਧਵਾ ਜੀ ਨੇ ਆਪਣੀ ਬਰਾਦਰੀ ਦੇ ਬੰਦੇ ਨੂੰ ਛੱਡ ਕੇ ਇੱਕ ਮਿੱਤਲ ਪਰਿਵਾਰ ਨੂੰ, ਨੀਨਾ ਮਿੱਤਲ ਨੂੰ ਸਪੋਰਟ ਕਰਨ ਦੇ ਲਈ ਚਲੇ ਗਏ। ਇਸ 'ਚ ਕੀ ਕਹੋਗੇ ਤੁਸੀਂ? ਮੈਂ ਫਿਰ ਤੁਹਾਨੂੰ ਕਹੂੰਗਾ ਨੋ ਕਮੈਂਟਸ। ਕੁਕਰੇਜਾ ਜੀ ਵੀ ਆਪਣੀ ਬਰਾਦਰੀ ਦੀ ਸਪੋਰਟ ਨਹੀਂ ਕਰ ਰਹੇ, ਉਹ ਚਲੇ ਗਏ ਜੀ ਆਪਣਾ ਬਰਾੜ ਸਾਹਿਬ ਦੇ ਨਾਲ। ਤੇ ਸ਼ਾਸਤਰੀ ਜੀ ਨੂੰ ਦੇਖ ਲਓ, ਉਹ ਕੰਬੋਜ ਬਰਾਦਰੀ ਦੀ ਸਪੋਰਟ ਕਰ ਰਹੇ ਆ। ਕਿੱਦਾਂ ਬਰਾਦਰੀ, ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਵੀ ਬਰਾਦਰੀ ਇੱਕ ਹੈ? ਅੱਜ ਰਿਪਬਲਿਕ ਇੰਡੀਆ ਹੈ ਨਾ, ਗਣਤੰਤਰ ਇਹਨੂੰ ਕਹਿੰਦੇ। ਗੱਲ ਨਾ ਕਰੋ। ਨਹੀਂ ਕਿਉਂ ਨਹੀਂ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਮੈਨੂੰ ਇੱਕ ਤੁਹਾਡੇ ਚੈਨਲ ਦੇ ਰਾਹੀਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਨੂੰ ਬੜੀ ਨਿਮਰਤਾਪੂਰਵਕ ਹੱਥ ਜੋੜ ਕੇ, ਬਰਾਦਰੀ ਨੂੰ ਤੁਸੀਂ ਸਿੱਕੇ ਵਰਗੇ ਤੁਸੀਂ ਟੌਸ ਨਹੀਂ ਕਰ ਸਕਦੇ ਬਾਰ-ਬਾਰ। ਮੈਂ ਬੜੀ ਸਾਰੀ ਡਿਬੇਟਸ ਦੇਖਦਾ, ਤੁਸੀਂ ਹਰ ਜਗ੍ਹਾ ਤੇ ਬਰਾਦਰੀ ਟੌਸ ਤੁਸੀਂ ਕਰਦੇ ਹੋ ਬਰਾਦਰੀ ਨੂੰ ਕਿ ਬਰਾਦਰੀ ਇਹ ਕਰ ਦੇਗੀ, ਬਰਾਦਰੀ ਉਹ ਕਰ ਦੇਗੀ। ਕਿੰਨੀਆਂ ਵੋਟਾਂ ਹੈ ਤਾਂ ਇਹ ਦੱਸ ਸਕਦੇ ਹੋ ਕਿੰਨੀਆਂ ਵੋਟਾਂ ਬਰਾਦਰੀ ਦੀ? ਨਹੀਂ, ਬਰਾਦਰੀ ਕੀ ਕਰ ਦੇਗੀ? ਬਰਾਦਰੀ ਮੈਂ ਤਾਂ ਕਦੀ ਕਿਹਾ ਨਹੀਂ ਬਰਾਦਰੀ ਇਹ ਕਰ ਦੂਗੀ। ਬਰਾਦਰੀ ਜੋ ਕਰੂਗੀ ਤੁਹਾਨੂੰ ਇਲੈਕਸ਼ਨ 'ਚ 2022 ਦੇ ਵਿੱਚ ਚੋਣਾਂ ਹੈਗੀਆਂ, 20 ਤਰੀਕ ਦਾ ਤੁਸੀਂ ਇੰਤਜ਼ਾਰ ਕਰੋ। 10 ਤਰੀਕ ਨੂੰ ਪੇਟੀਆਂ ਖੋਲ੍ਹਣੀਆਂ, ਪਤਾ ਲੱਗ ਜਾਊਗਾ। ਤਾਲੀਆਂ ਕੋਈ ਹੋਰ ਮਾਰਨਗੇ, ਤਾਲੀ ਬਰਾਦਰੀ ਮਾਰੂਗੀ, ਤੁਹਾਨੂੰ ਸਾਡੇ ਸਾਹਮਣੇ ਆ ਜਾਣਾ। ਦੇਖੋ ਇੱਕ ਚੀਜ਼ ਸਮਝੋ, ਬਰਾਦਰੀ ਦਾ ਮਤਲਬ ਸਾਡੀ ਡਿਮਾਂਡ ਸੀਗੀ ਕਿ ਲੋਕਲ ਉਮੀਦਵਾਰ ਹੋਣਾ ਚਾਹੀਦਾ ਹੈ ਨਾ। ਸਾਡੀ ਡਿਮਾਂਡ ਸੀਗੀ ਕਿ ਲੋਕਲ ਭੋਲਪੁਰੀ ਜੇ ਤੁਸੀਂ ਦਿੰਦੇ ਹੋ ਉਮੀਦਵਾਰ ਤਾਂ ਸਾਡੇ ਮਸਲਿਆਂ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਹੈ ਨਾ। ਤੇ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਬਾਕੀ ਲੋਕ, ਜਿਸ ਤਰ੍ਹਾਂ ਤੁਸੀਂ ਸਤਿਕਾਰਯੋਗ ਵਧਵਾ ਜੀ ਦਾ ਨਾਂ ਲਿਆ, ਤੁਸੀਂ ਸਤਿਕਾਰਯੋਗ ਕੁਕਰੇਜਾ ਦਾ ਨਾਂ ਲਿਆ, ਤੁਸੀਂ ਨਾਂ ਲਿਆ ਸ਼੍ਰੀ ਸ਼ਾਸਤਰੀ ਜੀ ਦਾ ਨਾ, ਉਹ ਬੰਦੇ ਕਿੱਥੇ ਵੀ ਜਾ ਕੇ ਕੰਮ ਕਰ ਸਕਦੇ ਹੈ ਨਾ। ਉਹਨਾਂ ਦੀ ਆਈਡੀਓਲੋਜੀ ਜਿੱਥੇ ਹੋਏਗੀ ਉੱਥੇ ਕੰਮ ਕਰਨਗੇ। ਇਟ ਡਜ਼ਨਟ ਮੀਨ ਕਿ ਜੇ ਅਗਰ ਕੋਈ ਦੂਜੀ ਪਾਰਟੀਆਂ ਦੇ ਵਿੱਚੋਂ ਸਾਡੇ ਭਰਾ ਨਹੀਂ, ਸਾਡੇ ਹੀ ਭਰਾ ਹੈ ਨਾ। ਪਾਰਟੀਜ਼ ਇਜ਼ ਸਮਥਿੰਗ ਡਿਫਰੈਂਟ। ਪਾਰਟੀ ਕੋਈ ਦੂਜਾ ਪਾਰਟ ਹੈ ਤੇ ਬਰਾਦਰੀ ਤੇ ਉਹਦੀ ਬਿਹਤਰੀ ਲਈ ਕੰਮ ਕਰਨਾ ਦੂਜਾ ਪਾਰਟ ਹੈ। ਮੈਂ ਤੁਹਾਨੂੰ ਦੁਬਾਰਾ ਚੇਤੇ ਕਰਾ ਦੇਣਾ ਹੈ ਕਿ ਅਸੀਂ ਕੰਮ ਕਰਨਾ ਸਟਾਰਟ ਕੀਤਾ ਸੀਗਾ ਨਾਨ ਪੋਲੀਟੀਕਲ। ਇਹ ਸਾਡਾ ਏਜੰਡਾ ਸੀਗਾ। ਸੱਤਾ ਦੇ ਵਿੱਚ ਕੋਈ ਵੀ ਪਾਰਟੀ ਆਏ, ਜੇਕਰ ਤੁਹਾਡੇ ਆਪ ਦੇ ਵਿਚਾਰ ਵਾਲੇ ਲੋਕ ਆਉਂਦੇ ਆ ਤੇ ਉਹਨਾਂ ਨੂੰ ਗਲਤ ਕੰਮਾਂ ਤੋਂ ਰੋਕਣਾ ਇਹ ਸਾਡੀ ਰਿਸਪੌਂਸਿਬਿਲਿਟੀ ਹੈ। ਜੇਕਰ ਕੋਈ ਤੁਹਾਡੇ ਵਿਚਾਰ ਵਾਲੇ ਲੋਕ ਨਹੀਂ ਆਉਂਦੇ, ਉਹਨਾਂ ਨੂੰ ਬਾਰ-ਬਾਰ ਵਿਰੋਧ ਕਰਕੇ, ਬੜੇ ਚੰਗੇ ਤਰੀਕੇ ਨਾਲ ਵਿਰੋਧ ਕਰਕੇ ਜਾਂ ਫਿਰ ਆਪਣੀ ਹਾਜ਼ਰੀ ਦਰਜ ਕਰਾ ਕੇ ਤੁਹਾਨੂੰ ਆਪਣੀ ਮੰਗਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਪੈਂਦਾ ਹੈ, ਜੋ ਕਿ ਕੰਮ ਲੀਡਰਾਂ ਦਾ ਸੀਗਾ। ਮੈਨੂੰ ਮਾफ़ ਕਰਿਓ, ਮੈਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਲੋਕਾਂ ਨੇ ਇਹਦੇ ਵਿੱਚ ਆ ਕੇ ਸ਼ਮੂਲੀਅਤ ਕੀਤੀ, ਬਟ ਫਿਰ ਮੈਂ ਤੁਹਾਨੂੰ ਕਹਿਣਾ ਅਸੀਂ ਤਨਦੇਹੀ ਨਾਲ ਆਪਣਾ ਪੂਰਾ ਕੰਮ ਕੀਤਾ। ਜਿਹੜਾ ਸਾਨੂੰ ਸਮਾਜ ਨੇ, ਜਿਹੜਾ ਸਾਨੂੰ ਸਾਡੇ ਪਰਿਵਾਰਾਂ ਨੇ ਸਮੂਲੀਅਤ ਤਾਂ ਕੀਤੀ ਸੀਗੀ। ਇਹ ਨਾ ਕਹੋ ਕਿ ਵੀ ਸਮੂਲੀਅਤ ਨਹੀਂ ਕੀਤੀ, ਸਮੂਲੀਅਤ ਤਾਂ ਕੀਤੀ ਸੀਗੀ। ਤੁਸੀਂ ਸਤਨਾਰਾਇਣ ਮੰਦਿਰ 'ਚ ਜਿਹੜਾ ਉਹ ਕਰੇ ਸੀ, ਸਾਰੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸੀਗੇ ਉਹ ਤੁਹਾਡੇ ਨਾਲ ਆ ਕੇ ਖੜੇ ਸੀਗੇ। ਨਹੀਂ, ਮੈਂ ਤਾਂ ਬਾਰ-ਬਾਰ ਤੁਹਾਨੂੰ ਕਹਿਣਾ, ਇਸ ਲਈ ਜਿਹੜਾ ਤੁਹਾਡਾ ਕੁਐਸਚਨ ਸੀਗਾ ਉਹਦਾ ਆਨਸਰ ਤੁਹਾਡੇ ਇਹਦੇ ਵਿੱਚ ਹੀ ਆ ਗਿਆ ਕਿ ਜਿਹੜੇ ਤੁਸੀਂ ਬਾਕੀ ਲੋਕਾਂ ਦੀ ਗੱਲ ਕਰਦੇ ਹੋ, ਸਾਡੇ ਭਰਾਵਾਂ ਦੀ ਗੱਲ ਕਰਦੇ ਹੋ ਦੂਜੀ ਪਾਰਟੀਆਂ 'ਚ, ਨੋ ਪ੍ਰੋਬਲਮ, ਕੋਈ ਵੱਡੀ ਗੱਲ ਨਹੀਂ ਹੈਗੀ। ਉਹਨਾਂ ਦੇ ਜਿੱਥੇ ਵਿਚਾਰ ਮਿਲਦੇ ਆ ਉੱਥੇ ਹੀ ਹੋਣਗੇ।
ਤੇ ਫਿਰ ਤੁਸੀਂ ਦੇਖ ਸਕਦੇ ਕਿ ਵੀ ਹੁਣ ਵੀ ਜਿਹੜੇ ਨਿਤਿਨ ਖੁਰਾਨਾ ਜੀ ਆ ਸਾਨੂੰ ਗੁੰਮਰਾਹ ਕਰ ਰਹੇ ਆ। ਆਪਣਾ ਬਬਲਾ ਜੀ ਤੁਸੀਂ ਦੱਸੋ ਕਿ ਵੀ ਨਿਤਿਨ ਖੁਰਾਨਾ ਜੀ ਤਾਂ ਛੁੱਟੀ ਲੈ ਕੇ ਇਧਰੋਂ ਚਲੇ ਗਏ, ਆਪਣੇ ਕੰਮਕਾਰ 'ਚ ਬਿਜ਼ੀ ਹੋ ਗਏ, ਤੁਸੀਂ ਰਾਜਪੁਰੇ ਰਹਿ ਰਹੇ ਹੋ, ਮੰਡੀ 'ਚ ਬੈਠੇ ਹੋ, ਜਿਹੜੇ ਮੰਡੀ 'ਚ ਦੂਜੇ ਪਿੰਡ ਦੇ ਲੋਕੀ ਆਉਂਦੇ ਹੋਣੇ ਉਹ ਤੁਹਾਨੂੰ ਕਹਿੰਦੇ ਨਹੀਂ ਹੋਣੇ ਕਿਉਂ ਬਰਾਦਰੀ ਇੰਨਾ ਕਰ ਦਿਓ, ਵੋਟਾਂ ਤਾਂ ਸਾਡੀਆਂ ਵੀ ਹੈ। ਗੱਲ ਤੁਸੀਂ ਨਹੀਂ ਸਮਝੇ ਨਿਤਨ ਜੀ। ਗੱਲ ਸੁਣ, ਹਰ ਬਿਆਦਰੀ ਆਪਣਾ ਝੰਡਾ ਲੈ ਕੇ ਚੱਲਦੀ ਹੈ। ਬਿਆਦਰੀ ਦਾ ਟੋਟਾ ਉੱਚਾ ਹੁੰਦਾ। ਬਿਆਦਰੀ ਦਾ ਮਤਲਬ ਇਹ ਨਹੀਂ ਹੈ ਵੀ ਉਹ ਪਿੰਡ ਵਾਲੇ ਸਾਡੇ ਦੁਸ਼ਮਣ ਹੈ। ਪਿੰਡ ਵਾਲੇ ਸਾਡੇ ਭਰਾ ਹੈ। ਸ਼ਹਿਰੀ ਤੇ ਪਿੰਡਾਂ ਦਾ ਜਿਹੜਾ ਹੈ ਬਿਜ਼ਨਸ ਸਾਂਝਾ ਹੈ, ਰਿਸ਼ਤੇਦਾਰੀਆਂ ਪੈਣੀਆਂ। ਨੈਸ਼ਨਲ ਚੈਨਲ ਵੀ ਦੇਖਦਾ ਕਿ ਵੀ ਬਰਾਦਰੀ ਦੇ ਕੈਂਡੀਡੇਟ ਖੜ ਗਏ ਆ, ਜਗਦੀਸ਼ ਕੁਮਾਰ ਜੱਗਾ, ਬਰਾਦਰੀ ਉਹਨਾਂ ਦੀ ਸਪੋਰਟ ਕਰ ਰਹੀ ਹੈ ਤੇ ਉਹ ਵਿਨਿੰਗ ਕੈਂਡੀਡੇਟ ਹੋ ਗਏ ਹੈ। ਇਹ ਕਿਉਂ ਕਿਹਾ ਜਾਂਦਾ ਹੈ ਫਿਰ ਕਿ ਵੀ ਇਹ ਕਹੋ ਨਾ ਕਿ ਵੀ ਹਲਕਾ ਰਾਜਪੁਰਾ ਉਹਨਾਂ ਦੀ ਸਪੋਰਟ ਕਰ ਰਿਹਾ, ਬਰਾਦਰੀ ਕਿਉਂ ਨਹੀਂ? ਗੱਲ ਐਵੇਂ ਹੈ, ਜਦ ਖੁਰਾਨਾ ਸਾਹਿਬ 25 ਸਾਲ ਇਸ ਸਿਆਸਤ ਦੇ ਵਿੱਚ ਰਹੇ ਹੈ, ਉਹਨਾਂ ਨੇ ਬਿਆਦਰੀ ਦਾ ਝੰਡਾ ਲੈ ਕੇ ਚੱਲਿਆ, ਪਰ ਕਿਸੇ ਨੂੰ ਉਹਨਾਂ ਨੇ ਇਹ ਤਾਂ ਨਹੀਂ ਬਿਆਦਰੀ ਨੂੰ ਤਾਂ ਸਿਰਫ ਗੱਲ ਨਾਲ ਨਹੀਂ ਲਾਇਆ ਨਾ, ਸਾਰਿਆਂ ਨੂੰ ਲਾਇਆ ਨਾ। ਜਾਂ ਅੱਜ ਸਤਨਾਮ ਨਗਰ ਦੇ ਵਿੱਚ 3.5 ਕਰੋੜ ਦੀ ਕਹਿਲਾਏ ਜਾਂਦੇ ਆ ਨਾ, ਉਹ ਕਿ ਬਰਾਦਰੀ ਦੇ ਲੀਡਰ ਹੈ। ਗੱਲ ਹੈ ਹੁਣ ਨਿਤ ਆਪਣਾ ਪ੍ਰਦੀਪ ਜੀ, ਤੁਸੀਂ ਜਾਂ ਆਪਣਾ ਨਾਂ ਲਿਖੋਗੇ ਯਾਰਦੁਆਰ ਜਾ ਕੇ, ਕਿਆ ਲਿਖਾਓਗੇ? ਰਾਜਪੁਰਾ ਵਾਸੀ ਬਿਆਦਰੀ ਦਾ ਨਾਂ ਲਿਖਾਓਗੇ ਨਾ। ਬਿਆਦਰੀ ਤੇ ਹਰ ਬੰਦੇ ਨੂੰ ਮਾਣ ਆਉਂਦੀ ਹੈ, ਕਿਉਂ ਨਾ ਕਰੀਏ ਜੀ। ਬਿਆਦਰੀ ਦਾ ਮਤਲਬ ਇਹ ਹੈ ਵੀ ਸਾਡੀ ਜਿਹੜੀ ਜਨਮ ਹੈ, ਸਾਡਾ ਜਿਹੜਾ ਹੈ, ਸਾਡੇ ਮਾਂ ਪਿਓ ਨੇ ਜੋ ਸਾਨੂੰ ਦਿੱਤਾ ਲੇਬਲ, ਉਹ ਬਿਆਦਰੀ ਦਾ ਲੇਬਲ ਤਾਂ ਹੈ ਨਾ। ਬਿਆਦਰੀ ਅੱਛੇ ਕੰਮ ਕਰ ਰਹੀ ਹੈ, ਬਿਆਦਰੀ ਮਾੜੇ ਤਾਂ ਨਹੀਂ ਕਰ ਰਹੀ। ਬਿਆਦਰੀ ਇੱਕ ਬੰਦਾ ਉੱਠ ਕੇ ਕਹਿ ਦੇਵੇ ਵੀ ਮੇਰੇ ਨਾਲ ਬਿਆਦਰੀ ਨਾਲ ਧੱਕਾ ਦਿੱਤਾ, ਮੇਰੀ ਕੋਈ ਜਰਾ ਕੋਈ ਹੈ, ਮੇਰੇ ਨਾਲ ਕੋਈ ਐਸਾ ਕੰਮ ਕੀਤਾ ਹੈ, ਮੈਨੂੰ ਬਲੈਕਮੇਲ ਕਰਕੇ, ਮੇਰੇ ਉੱਤੇ ਗੋਲੀ ਰੱਖ ਕੇ, ਮੇਰੇ ਉੱਤੇ ਝੂਠਾ ਪਰਚਾ ਦਾਇਰ ਕਰਾਇਆ। ਇਹ ਕਿਹੜੀ ਤਾਕਤ ਹੈ? ਤੁਸੀਂ ਤਾਕਤ ਤੁਹਾਨੂੰ ਲੋਕ ਦੇਣ, ਉਸੇ ਲੋਕਾਂ ਦੇ ਉੱਤੇ ਤੁਸੀਂ ਪਰਚੇ ਦਾਇਰ ਕਰੋ। 12 ਦੇ ਵਿੱਚ ਜਿਹੜੇ ਨਾਲ ਸੀ ਉਹ 17 'ਚ ਨਹੀਂ ਹੈ, ਜਿਹੜੇ 17 'ਚ ਨਹੀਂ ਸੀ ਉਹ 22 'ਚ ਨਹੀਂ ਹੈ। ਹੁਣ ਨਾ ਇਹਨਾਂ ਨੇ 12 ਵਾਲਿਆਂ ਨੂੰ ਆਪਣਾ ਬਣਾਇਆ, ਨਾ 17 ਵਾਲਿਆਂ ਨੂੰ ਆਪਣਾ ਬਣਾਇਆ। 22 ਦੇ ਵਿੱਚ ਤਾਂ ਉਹੀ ਹੈ ਜਿਹੜੇ ਫਿਰ ਵਾਪਸੀ ਕਰਨ ਵਾਲੇ ਆ। ਤੇ ਮੇਰੀ ਇੱਕ ਹੋਰ ਗੱਲ ਦੀ ਸੁਣੋ, ਜਿਨ੍ਹਾਂ ਨੇ ਬਾਪ ਸਮਝਿਆ ਇਹ ਉਹਨਾਂ ਦੇ ਨਹੀਂ ਬਣੇ ਬੱਚਿਆਂ ਦੇ, ਜਿਨ੍ਹਾਂ ਨੇ ਬੇਟਾ ਸਮਝਿਆ ਇਹ ਉਹਨਾਂ ਦੇ ਨਹੀਂ ਬਣੇ। ਇਹ ਨਾ ਮਹਿਲ ਵਾਲੇ ਦੇ ਬਣੇ ਤੇ ਨਾ ਝੋਪੜੀ ਵਾਲੇ ਦੇ ਬਣੇ, ਨਾ ਮਕਾਨ ਵਾਲੇ ਦੇ ਬਣੇ, ਨਾ ਜ਼ਮੀਨ ਵਾਲੇ ਦੇ ਬਣੇ। ਬਣੇ ਕਿਹਦੇ? ਸਿਰਫ ਆਪਣੇ ਪੇਟ ਭਰਨ ਵਾਸਤੇ। ਕੁਦਰਤ ਦੀ ਜਿਹੜੀ ਹੈ ਨਾ, ਇਹ ਸ਼ਕਤੀ ਜਿਹੜੀ ਹੈ ਉੱਥੋਂ ਮਿਲਦੀ ਹੈ। ਕੋਈ ਕਵੇ ਨਾ ਇਹ ਸਰੀਰ ਮੇਰਾ ਚੱਲਦਾ ਤਾਂ ਰਮੇਸ਼ ਕੁਮਾਰ ਬਾਬਲ ਤਾਕਤਵਰ ਹੈ, ਜਦੋਂ ਮੇਰਾ ਸਰੀਰ ਉੱਡ ਗਿਆ ਨਾ ਮੈਨੂੰ ਮਿੱਟੀ ਨਹੀਂ ਮਿਲਣੀ। ਤੇ ਤੁਸੀਂ ਜੋ ਬੋਲਗੇ ਉਹ ਪਾਓਗੇ। ਤੁਸੀਂ ਕਦ ਜੱਗਾ ਜੀ ਦੇ ਮੰਚ ਤੇ ਮੈਨੂੰ ਨਜ਼ਰ ਆਓਗੇ? ਤੁਸੀਂ ਬਰਾਦਰੀ ਦੇ ਬੰਦੇ ਦਾ ਤਾਂ ਸਪੋਰਟ ਕਰੋਗੇ ਕਿ ਨਹੀਂ ਕਰੋਗੇ? ਗੱਲ ਐਵੇਂ ਹੈ, ਅਸੀਂ ਤਾਂ ਇਸ ਧਰਤੀ ਤੇ ਚੱਲਣ ਵਾਲੇ ਹਾਂ, ਇਸ ਧਰਤੀ ਨੂੰ ਪਿਆਰ ਕਰਦੇ ਹਾਂ, ਬਿਆਦਰੀ ਨੂੰ ਪਿਆਰ ਕਰਦੇ ਹਾਂ, ਸਾਰੇ ਪਿੰਡਾਂ ਵਾਲੇ ਸ਼ਹਿਰ ਵਾਲਿਆਂ ਨੂੰ ਪਿਆਰ ਕਰਦੇ ਹਾਂ। ਸਾਨੂੰ ਖੁਸ਼ੀ ਹੋਏਗੀ ਵੀ ਜਾਂ ਸਾਡਾ ਕੋਈ ਇੱਥੇ ਤੁਹਾਡੇ ਕੋਲ ਆ ਪਾਣ। ਮੈਂ ਕਿਹਾ ਤੁਸੀਂ ਖੁਰਾਨਾ ਜੀ ਤੁਸੀਂ ਖੁਰਾਨਾ ਜੀ ਦੇ ਨਾਲ ਸਭ ਤੋਂ ਅੱਗੇ ਚੱਲਦੇ ਸੀਗੇ। ਮੇਰੇ ਸੁਣੋ, ਤੁਸੀਂ ਮੇਰੇ ਪ੍ਰਦੀਪ ਜੀ ਦੇ ਨਾਲ ਕਿਉਂ ਨਹੀਂ ਚੱਲ ਰਹੇ? ਪ੍ਰਦੀਪ ਜੀ ਗੱਲ ਐਵੇਂ ਹੈ, ਤੁਸੀਂ ਮੇਰੇ ਭਰਾ ਹੋ, ਤੁਸੀਂ ਵੀ ਸਾਡੀ ਬਿਆਦਰੀ ਨੂੰ ਮਨਾਉ ਕਰਦੇ ਹੋ। ਮੈਨੂੰ ਦੁੱਖ ਲੱਗਦਾ ਵੀ ਨਾ ਤੁਸੀਂ ਬੱਚੇ, ਨਾ ਅਸੀਂ ਬੱਚੇ, ਨਾ ਭਾਈ ਸਾਹਿਬ ਬੱਚੇ, ਨਾ ਭੈਣਾਂ ਬੱਚੀਆਂ, ਨਾ ਮਾਵਾਂ ਬੱਚੀਆਂ, ਨਾ ਲੈਣਾ ਦੇਣਾ ਬੱਚਿਆ ਕੋਈ ਨਹੀਂ ਹੈ। ਬੱਚੇ ਉਹ ਲੋਟ ਪਏ ਆ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਜ਼ੁਲਮ ਕੀਤਾ। ਜੈਨੇ ਤਾਕਤਵਰ ਆ ਨਾ, ਜਾਓ ਯੂਪੀ ਯੋਗੀਨਾਥ ਕੋਲ, ਤੁਹਾਨੂੰ ਯੋਗੀਨਾਥ ਦੱਸੇ ਵੀ ਕਿਵੇਂ ਕਬਜ਼ੇ ਹੁੰਦੇ ਆ। ਮੇਰਾ ਸਵਾਲ ਇਹ ਹੈ ਕਿ ਬਰਾਦਰੀ ਦੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਹੈ, ਤੁਸੀਂ ਜਿੱਦਾਂ ਖੁਰਾਨਾ ਸਾਹਿਬ ਦੇ ਨਾਲ ਸਭ ਤੋਂ ਅੱਗੇ ਚੱਲਦੇ ਸੀਗੇ, ਦੁਨੀਆ ਦੇ ਨਾਲ ਲੜਾਈ ਲੜ ਲਈ ਤੁਸੀਂ ਖੁਰਾਨਾ ਸਾਹਿਬ ਦੇ ਪਿੱਛੇ, ਉਹਨਾਂ ਬਾਰੇ ਕੋਈ ਗੱਲ ਨਹੀਂ ਸੁਣ ਸਕਦੇ, ਤੁਸੀਂ ਜੱਗਾ ਜੀ ਦੇ ਮੰਚ ਤੇ ਕਦ ਤੋਂ ਚੜ ਰਹੇ ਹੋ? ਮੈਂ ਤੇ ਮਾਤਾ ਸਰਸਵਤੀ ਦਾ ਹੁਕਮ ਹੋ ਜਾਣਾ, ਮੈਂ ਮਿੰਟ ਲਾਣਾ ਚੜ ਜਾਣਾ। ਮੈਂ ਕਿਧਰ ਕੋਲ ਕੋਈ ਚਿੱਠੀ ਜੋੜਾ ਲੈਣੀ ਆ? ਤੁਸੀਂ ਤਿਆਰ ਹੋ? ਮੈਂ ਤਾਂ ਮਾਂ ਦਾ ਆਸ਼ੀਰਵਾਦ ਲੈਣਾ। ਸ਼ਾਮ ਨੂੰ 2 ਭੇਟਾਂ ਬੋਲਣੀਆਂ ਸ਼ਾਨਦਾਰ। ਮੈਨੂੰ ਮਾਂ ਦੀ ਆਵਾਜ਼ ਹੋਗੀ, ਮੈਨੂੰ ਕੋਈ ਤਾਕਤ ਨਹੀਂ ਰੋਕ ਸਕਦੀ। ਕਈ ਆਏ ਕਈ ਚਲੇ ਗਏ, ਮੈਂ ਆਪਣੇ ਮਨ ਦੀ ਕਰੂੰਗਾ ਜੋ ਮੇਰੇ ਮਨ 'ਚ ਹੋਣਾ। ਮੈਂ ਬਿਆਦਰੀ ਨੂੰ ਪਿਆਰ ਕਰਦਾ, ਰਾਜਪੁਰੇ ਦੀ ਜਨਤਾ ਨੂੰ ਪਿਆਰ ਕਰਦਾ, ਪਿੰਡਾਂ ਦੇ ਸ਼ਹਿਰਾਂ ਵਾਲਿਆਂ ਦਾ ਪਿੱਛੇ ਮੇਰਾ ਖੂਨ ਡੋਲਦਾ। ਮੈਂ ਸੱਚ ਦੀ ਆਵਾਜ਼ ਉਠਾਉਂਦਾ। ਜਿਸ ਵੇਲੇ ਲੋਕਾਂ ਦਾ ਕੰਬਦੇ ਸੀ ਲੋਕ, ਮੈਂ 4.5 ਸਾਲ ਪਹਿਲੇ ਆਵਾਜ਼ ਉਠਾ ਦਿੱਤੀ ਸੀ। 4 ਸਾਲ ਪਹਿਲੇ ਮੈਂ ਆਪਣੀ ਆਵਾਜ਼, ਮੈਂ ਘਰ ਪੁੱਟਣ ਵਾਲਾ, ਪਰ ਮੈਂ ਜਾਊਂਗਾ ਸਹੀ, ਫਾਇਦੇ ਵਾਸਤੇ ਨਹੀਂ ਜਾਊਂਗਾ, ਨੁਕਸਾਨ ਲੈਣ ਵਾਸਤੇ ਜਾਊਂਗਾ। ਮੈਂ ਖੁਰਾਨਾ ਜੀ ਨਾਲ ਚੱਲਿਆ। ਮੇਰੀ ਇੱਕ ਦਿਖਾ ਦਿਓ ਕੋਈ ਦੁਕਾਨ ਹੋਵੇ, ਮੇਰਾ ਕੋਈ ਪਲਾਟ ਹੋਵੇ, ਮੇਰੇ ਕੋਲ ਕੋਈ ਬੈਂਕ ਬੈਲੈਂਸ ਹੋਵੇ। ਮੈਂ ਸੱਚੀ ਸੇਵਾ ਕੀਤੀ ਹੈ ਬਿਆਦਰੀ ਦੇ ਵਿੱਚ। ਜਾਂ ਮੈਨੂੰ 4 ਮੇਰੀਆਂ ਮਾਵਾਂ, ਮੇਰੀਆਂ ਭੈਣਾਂ ਮੈਨੂੰ ਬੁਲਾ ਕੇ ਕਹਿ ਦਿੰਦੀਆਂ ਨਾ, ਧਿਆਨ ਕਰਨਾ ਹੁਣ ਬਿਆਦਰੀ मर वैसे खाता दोबारा कहना कुल से जिए उतरा था भाई पुराना सारी गाल सुन दिंदा जी। तो इवें कोई होवे ये लोग जड़े हैं नहीं साढ़े बन सकते, असी इन्हां दे बन सकते हैं। प्रदीप जी मेरी हाथ जोड़ के बिनती है पूरे राजपुरे की जनता नूं
ਇਹ ਜਿਹੜਾ ਬਟਨ ਹੈ ਨਾ, ਇਹ ਬਦਲੇ ਲੈਣ ਦਾ ਸਿਰਫ ਇਹੀ ਸਾਡਾ ਬਟਨ ਹੁੰਦਾ। ਅਸੀਂ ਕੋਈ ਡਾਂਡਾ ਸੋਟੇ ਚਲਾਉਣ ਵਾਲੇ ਥੋੜ੍ਹਾ। ਕਿਹੜਾ ਬਟਨ ਦੱਬੇ, ਇਹੀ ਤਾਂ ਜਨਤਾ ਕਨਫਿਊਜ਼ ਹੈ, ਬਟਨ ਕਿਹੜਾ ਦੱਬੇ? ਬਟਨ ਤਾਂ ਫਿਰ ਤੁਹਾਨੂੰ ਦੱਸਾਂਗੇ 10 ਤਰੀਕ ਦੇ ਬਾਅਦ। ਫਿਰ ਤਾਂ ਲੋਕਾਂ ਨੇ ਦੱਬ ਲੈਣਾ ਤਾਂ। ਨਾ ਦੱਬ ਕਿਤੇ ਲੈਣਾ, ਬਟਨ ਦੱਬੇ ਵੇ ਵਾਪਸੀ ਆ ਜਾਣੇ। ਬਟਨ ਇੱਥੋਂ ਦੱਬੀ ਜਾਣਾ ਤੇ ਆਵਾਜ਼ ਚੀ ਦੀ ਆਵਾਜ਼ ਆਣੀ ਆ। ਇਹ ਬਟਨ ਦੱਬਣ ਵਾਸਤੇ ਲੋਕ ਤਿਆਰ ਬੈਠੇ ਆ। ਜਿਨ੍ਹਾਂ ਦਾ ਬਟਨ ਦੱਬਿਆ ਨਾ 19 ਸਾਲ ਪਹਿਲੇ ਖੁਰਾਨਾ ਜੀ ਨੂੰ ਅਸੀਂ ਦੱਸਤਾ ਸੀ ਵੀ ਖੁਰਾਨਾ ਜੀ ਬੜੀ ਗਲਤੀ ਕਰ ਰਹੇ ਹੋ। ਇਹ 19 ਸਾਲ ਅੱਜ ਵਾਰਡ 'ਚ 19 ਨੰਬਰ 'ਚ ਆਇਆ ਨਾ, ਇਹ ਆਉਣ ਵਾਲੇ ਟਾਈਮ ਵਿੱਚ ਵੜ ਜਾਣਗੇ। ਉਹ ਤੁਸੀਂ ਇੱਥੇ ਪ੍ਰਦੀਪ ਜੀ, ਤੁਸੀਂ ਉੱਥੇ ਬੈਠੇ ਸੀ, ਪ੍ਰਵੀਨ ਛਾਬੜਾ ਜੀ ਜਿਹਦੀ ਬੇਟੀ ਡੀਸੀ ਦੇ ਹੋਵੇ, ਜਵਾਈ ਡੀਸੀ ਹੋਵੇ, ਉਹਦੇ ਅੰਦਰ ਤੁਸੀਂ ਵੜ ਜਾਓ ਉਹਨੂੰ ਮਾਰਨ ਵਾਸਤੇ। ਅਜੇ ਵੀ ਬੋਲਪੁਰੀ ਬਿਆਦਰੀ ਜਿਹੜੀ ਹੈ ਇਹੀ ਸੋਚੇਗੀ, ਇਹੋ ਜਿਹਾ ਕੰਮ ਸੋਚੇਗੀ। ਕਿਸੇ ਦੇ ਜਾਣ ਦੇ ਨਾਲ, ਕਿਸੇ ਦੇ ਆਉਣ ਦੇ ਨਾਲ ਕੋਈ ਫੈਸਲੇ ਨਹੀਂ ਬਦਲਦੇ, ਨਾ ਕੋਈ ਕਮੀ ਰਹਿੰਦੀ ਹੈ। ਮੈਂ ਫਕਰਾਂ ਜਦ ਮੈਂ ਲੜਾਈ ਲੜਨੀ ਹੈ, ਮੈਨੂੰ ਇਕੱਲਾ ਚੱਲਣਾ ਪੈਣਾ, ਮੇਰਾ ਟਾਪਲਾ ਆਪੇ ਬਣ ਜੂਗਾ ਜਾਂ ਮੇਰੀ ਇਮਾਨਦਾਰੀ ਹੈ। ਲੋਕਾਂ ਨੂੰ ਕਿਆ ਮੈਸੇਜ ਦਈਏ ਕਿ ਬਿਰਾਦਰੀ ਦੇ ਨਾਲ ਚਲੋ ਜਾਂ ਕਿਸੇ ਬੰਦੇ ਦੇ ਐਂਟੀ ਚਲੋ, ਅਸੀਂ ਇਹ ਪੁੱਛ ਰਹੇ ਹਾਂ। ਲੋਕਾਂ ਨੂੰ ਤਾਂ ਇਹ ਮੈਸੇਜ ਦਿਓ, ਤੁਸੀਂ ਆਪਣੀ ਤਰਫੋਂ, ਤੁਸੀਂ ਬੋਲਪੁਰੀ ਬਿਰਾਦਰੀ ਦੇ ਹੋ ਨਾ, ਆਪਣੀ ਤਰਫੋਂ ਇੱਕ ਮੈਸੇਜ ਦਿਓ ਸੱਚੇ ਮਨ ਨਾਲ। ਤੇ ਤੁਹਾਡਾ ਮੈਸੇਜ ਨਹੀਂ ਜਾਂਦਾ ਕਿਆ? ਤੁਹਾਡਾ ਨਾਂ ਚੱਲਦਾ, 2-2 ਲੱਖ ਬੰਦਾ ਜਿਹੜਾ ਹੈ ਦੇਖਦਾ, ਤੁਹਾਡੀ ਅੱਛੀ ਹੈ। ਤੁਸੀਂ ਨਾਂ ਕਮਾਇਆ ਥੋੜ੍ਹੇ ਟਾਈਮ ਦੇ ਵਿੱਚ। ਤੁਸੀਂ ਉਸ ਟਾਈਮ ਹੀ ਖਬਰਾਂ ਲਾਉਂਦੇ ਸੀ ਜਿਸ ਵੇਲੇ ਇੰਨੇ ਹਾਲਾਤ ਇਹੋ ਜਿਹੇ ਸੀ। ਤੁਸੀਂ ਸੱਚੀ ਸੇਵਾ ਕੀਤੀ ਹੈ ਰਾਜ ਖੁਰਾਨਾ ਜੀ ਦੀ। ਸੱਚੀ ਸੇਵਾ ਵਾਸਤੇ ਆਪਣੇ ਮਨ 'ਤੇ ਹੱਥ ਰੱਖ ਕੇ, ਸ਼ੁੱਧ ਦਿਹਾੜੇ ਦੇ ਉੱਤੇ ਆਪਣੇ ਮਨ 'ਤੇ ਹੱਥ ਰੱਖ ਕੇ ਇੱਕ ਵਾਰੀ ਤੁਸੀਂ ਬਿਰਾਦਰੀ ਨੂੰ ਅਪੀਲ ਕਰ ਦਿਓ ਵੀ ਉਹ ਕਿਆ ਚਾਹੁੰਦੇ ਆ, ਕਿਆ ਫੈਸਲਾ ਲੈਣਾ ਚਾਹੁੰਦੇ ਆ। ਖੁਰਾਨਾ ਜੀ, ਜਿੱਦਾਂ ਅਸੀਂ ਬੱਬਲਾ ਜੀ ਨੂੰ ਪੁੱਛਿਆ ਹੈ ਕਿ ਤੁਸੀਂ ਕਦ ਜਾ ਰਹੇ ਹੋ ਜੱਗਾ ਜੀ ਦੇ ਮੰਚ ਤੇ, ਸਾਨੂੰ ਲੋਕੀ ਪੁੱਛਦੇ ਆ ਕਿ ਨਿਤਿਨ ਖੁਰਾਨਾ ਜਿਹੜੇ ਹੈਗੇ ਉਹ ਖੁਰਾਨਾ ਸਾਹਿਬ ਦੇ ਵੱਡੇ ਮੁੰਡੇ ਆ। डेफिनेटली मेरे पिताजी का नाम अमरजीत खुराना है। बड़े सारे लोग कहते हैं कि खुराना जी, राज खुराना जी मेरे आदर्श हैं। मैं बहुत मंचा तो ये गल किया कि मैंने बहुत समा नहीं मिले उन्होंने नाल मैं समा व्यतीत नहीं किया, पर मेरे आइडल खुराना जी हैं, मेरे जिंद जान खुराना जी हैं ना। भावें खुराना जी अज साडे नाल शरीरिक रूप से नहीं है, बट मेरी आत्मा च खुराना जी वसदे हैं, श्री राज खुराना जी। जिस तरीके नाल उन्होंने हर एक मज़हब, हर एक कौम नू अपनाया सीगा, मेरे लिए वही इंपॉर्टेंट है। डेफिनेटली तुसी कहते हो कि फिर तुसी अपनी कौम दी, अपनी बिरादरी की गल बार बार क्यों करते हो? देखो, वो करना इसलिए पैंदा क्योंकि ये महसूस होया पिछले कुछ सालों दे विच कि इस कौम नू दबिया जा रहा है। कसूर साडा सिर्फ ये है कि भाई ये बहुत ही मेहनतकश लोग हैं, ईमानदार लोग हैं, इबादत करते हैं ना, सवेरे शाम मंदिर गुरुद्वारा मस्जिद हर जगह जाते हैं। ये साडा कसूर नहीं। साडा कसूर ये भी नहीं कि असी दूजे बंदियां नाल डांग सोटी नाल या गन नाल पंगे नहीं लेंदे, वो साडे फितरत च है नहीं। सो साडी इस खूबसूरती नू चंद लोकां ने, चंद गलत अनसरां ने गलत तरीके नाल लिख लिया, दबिया सानू। सड़कां दे उत्ते असी देखे पत्रकार कुटदे होए, है ना, असी तां बोले सीगे जिस टाइम उन्हां दे नाल कोई नहीं खड़ा होंदा सीगा, असी नाल खड़े होए, तुहानूं बहुत चंगे तरीके नाल पता है ना। कोविड दे विच जिन्नी साडी कैपेसिटी दी कोई एक फोटो नहीं पाई, लोकां दी सेवा कीती। 2800 3-3 हज़ार लोकां दा ਧੀਆਂ ਦੀ ਲੋਹੜੀ ਦਾ कार्यक्रम ਕੀਤਾ। बहुत सारे और कार्यक्रम जिथे जिथे समाज दे विच, पटियाला दे विच जेकर समाज दे विच साडी माता नूं एक राष्ट्रपति साहब तो पद्म श्री मिलिया, ਉਹਨਾਂ ਨੂੰ ਜਾ ਕੇ ਅਸੀਂ ਸਨਮਾਨਿਤ ਕਰਕੇ। ਠੀਕ ਹੈ ਜੀ, ਸਭ ਕੁਝ ਠੀਕ ਹੈ। ਬੀਜੇਪੀ ਨੇ ਤੁਹਾਡੀ ਮੰਗ ਮੰਨੀ ਹੈ, ਲੋਕਲ ਉਮੀਦਵਾਰ ਪਲੱਸ ਤੁਹਾਡੀ ਬਰਾਦਰੀ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ, ਕਦ ਤੋਂ ਦੇ ਉਹਨਾਂ ਦੇ ਮੰਚ ਤੇ ਦਿਖੋਗੇ ਤੁਸੀਂ? ਦੇਖੋ, ਮੇਰੇ ਲਈ ਮੰਚ ਤੇ ਜਾਣਾ, ਮੈਂ ਕੋਈ ਰਾਜਨੀਤਿਕ ਬੰਦਾ ਨਹੀਂ ਹੈ ਨਾ, ਮੈਂ ਕੋਈ ਸਿਆਸੀ ਬੰਦਾ ਨਹੀਂ। ਜਾਂ ਤਾਂ ਤੁਸੀਂ ਮੈਨੂੰ ਇਹ ਕਹੋ ਕਿ ਮੈਂ ਪਹਿਲੇ 4 ਕਿਸੇ ਦੇ ਮੰਚਾਂ ਤੱਕ ਚੜਿਆ, ਮੈਂ ਗੱਲੇ 'ਚ ਹਰ ਡੇਲੀ ਕੋਈ ਕਿਨਾਰਾ ਨਵਾਂ ਸਿਰੋਪਾ ਪਾਇਆ ਤੇ ਉਹਦੀ ਕੁੰਡੀ ਮਾਰੀ ਤੇ ਮੈਂ ਕਿਹਾ ਜੈ ਜ਼ਿੰਦਾਬਾਦ। ਮੈਂ ਅੱਜ ਤੱਕ ਬਹਾਵਲਪੁਰ ਸਮਾਜ ਦੇ ਜ਼ਿੰਦਾਬਾਦ ਦੇ ਨਾਰੇ ਲਾਏ ਆ। ਜਿੱਥੇ ਸਮਾਜ ਦਾ ਬੈਨੀਫਿਟ ਹੋਊਗਾ ਮੈਂ ਉੱਥੇ ਹੋਊਂਗਾ ਤੇ ਮੈਨੂੰ ਆਈ ਡੋਂਟ ਥਿੰਕ ਸੋ, ਮੈਨੂੰ ਲੱਗਦਾ ਨਹੀਂ ਕਿ ਮੈਨੂੰ ਮੰਚ ਤੇ ਜਾਣਾ ਚਾਹੀਦਾ। ਮੰਚ ਦੇ ਇਲਾਵਾ ਡੇਲੀ ਮੰਚ ਤਾਂ ਹੋਣਾ ਸਰ, ਮੈਂ ਡੇਲੀ ਆਪਣੀ ਗੱਲ ਬੇਬਾਕ ਤਰੀਕੇ ਨਾਲ ਤੁਹਾਡੇ ਸਾਹਮਣੇ ਲਾਈਵ ਹੋ ਕੇ ਕਰਦਾ, ਡੇਲੀ ਕਰਦਾ। ਇਹ ਨਹੀਂ ਕਿ 4 ਦਿਨਾਂ ਮਗਰ ਕਰਦਾ। ਮੇਰਾ ਵੀ ਤੁਹਾਡੇ ਚੈਨਲ ਦੇ ਰਾਹੀਂ ਇਹੀ ਸਾਰੇ ਤੁਹਾਡੇ ਦੇਖਣ ਵਾਲਿਆਂ ਨੂੰ ਇਹੀ ਬੇਨਤੀ ਹੈ ਕਿ ਆਓ ਆਪਾਂ ਇੱਕ ਨਵਾਂ ਜਿਹੜਾ ਸਵੇਰਾ ਹੋਇਆ ਹੈ ਇਸ ਰਾਜਪੁਰਾ ਦੇ ਲਈ, ਇੱਕ ਸੂਬੇ ਲਈ ਆਪਾਂ ਸੰਜੋਈਏ ਚੰਗੇ ਤਰੀਕੇ ਨਾਲ, ਚੰਗੇ ਦਿਲ ਨਾਲ। ਤੁਹਾਨੂੰ ਜ਼ਿਆਦਾ ਪਤਾ ਹੈ ਕਿ ਤੁਸੀਂ ਵੋਟ ਕਿਹਨੂੰ ਪਾਉਣੀ ਹੈ ਨਾ, ਤੁਹਾਨੂੰ ਪਤਾ ਹੈ ਕਿ ਤੁਹਾਡੇ ਇੱਕ ਇੱਕ ਵੋਟ ਨਾਲ ਕਿਆ ਬੈਨੀਫਿਟ ਹੋਣਾ ਤੇ ਕਿਆ ਲੋਕ ਨਹੀਂ ਪ੍ਰਦੀਪ ਲੱਗਦਾ ਇਸ ਤਰ੍ਹਾਂ, ਕਿਉਂਕਿ ਜਿਹੜੇ ਚਾਰੋਂ ਦੇ ਚਾਰੋਂ ਕੈਂਡੀਡੇਟ ਮੇਨ ਕੈਂਡੀਡੇਟਸ ਹੈ ਉਹ ਸਾਰਿਆਂ ਦੇ ਰਿਲੇਸ਼ਨਸ਼ਿਪ ਹੈਗੇ।
ਮੈਂ ਤੁਸੀਂ ਮੇਰੇ ਨਾਲ ਬੈਠ ਕੇ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ, ਸ਼ਾਇਦ ਮੈਂ ਤੁਹਾਨੂੰ ਪਸੰਦ ਨਹੀਂ ਵੀ ਹੋਵਾਂ, ਬਟ ਤੁਸੀਂ ਫਿਰ ਵੀ ਮੇਰੀ ਸਿਫਤ ਕਰਦੇ ਹੋ ਨਾ। ਲੋਕ ਕੋਈ ਕਨਫਿਊਜ਼ ਨਹੀਂ, ਲੋਕਾਂ ਨੇ ਮੈਨੂੰ ਲੱਗਦਾ ਮਨ ਬਣਾਇਆ ਹੋਣਾ ਹੈ, ਤੇ ਮੇਰੇ ਤੋਂ ਜ਼ਿਆਦਾ ਸਮਝਦਾਰ ਲੋਕ ਹੈ। ਲੋਕ ਡਿਵੈਲਪਮੈਂਟ ਵੀ ਦੇਖਣਗੇ, ਲੋਕ ਵਿਜ਼ਨ ਵੀ ਦੇਖਣਗੇ ਕਿ ਵਿਜ਼ਨ ਕਿਹਦਾ ਬਹੁਤ ਵੱਡਾ ਹੈ ਨਾ। ਬਹੁਤ ਸਾਰੀ ਚੀਜ਼ਾਂ ਹੋਰ ਹੁੰਦੀਆਂ, ਵੀ ਕਾਂਟ ਪ੍ਰੈਸ ਐਨੀਬਡੀ, ਅਸੀਂ ਕਿਸੇ ਨੂੰ ਪ੍ਰੈਸ ਨਹੀਂ ਕਰ ਸਕਦੇ ਕਿ ਤੂੰ ਇਹ ਹੀ ਕਰਨਾ ਹੈ, ਇਹ ਨਹੀਂ ਕਰਨਾ। ਅਸੀਂ ਜਾਗਰੂਕ ਜ਼ਰੂਰ ਕਰ ਸਕਦੇ ਹਾਂ। ਸਮਾਜ ਦੀ ਤੇ ਰਾਜਪੁਰਾ ਦੀ ਰਿਕੁਆਇਰਮੈਂਟਸ ਕੀ ਹੈ, ਬੱਸ ਸਟੈਂਡ ਦੀ ਰਿਕੁਆਇਰਮੈਂਟ ਹੈ, ਰੇਲਵੇ ਦੀ ਰਿਕੁਆਇਰਮੈਂਟ ਹੈ, ਐਮਪਲੋਇਮੈਂਟ ਦੀ ਰਿਕੁਆਇਰਮੈਂਟ ਹੈ, ਇੱਥੇ ਨਵੇਂ ਸਕਿੱਲਸ ਦੀ ਰਿਕੁਆਇਰਮੈਂਟ ਹੈ, ਇੱਥੇ ਨਵੇਂ ਬਿਜ਼ਨਸ ਐਂਟਰਪ੍ਰੀਨਿਅਰਸ ਕ੍ਰੀਏਟ ਕਰਨ ਦੀ ਰਿਕੁਆਇਰਮੈਂਟ ਹੈ। ਲੋਕਾਂ ਨੂੰ ਜ਼ਰੂਰੀ ਸਹੂਲਤ ਸਭ ਤੋਂ ਵੱਡੀ ਜਿਹੜੀ ਹਸਪਤਾਲ ਹੈ ਉਹਦੀ ਰਿਕੁਆਇਰਮੈਂਟ ਹੈ। ਜੋ ਵੀ ਬੰਦਾ, ਜੋ ਵੀ ਚਾਰਾਂ ਕੈਂਡੀਡੇਟਸ ਦੇ ਵਿੱਚ ਸਾਹਮਣੇ ਬਿਹਤਰ ਤਰੀਕੇ ਨਾਲ ਆ ਕੇ ਪ੍ਰੈਜ਼ੈਂਟ ਕਰੂਗਾ, ਮੇਰਾ ਵੋਟ ਤਾਂ ਉਸ ਨੂੰ ਜਾਊਗਾ, ਹੈ ਨਾ। ਮੇਰਾ ਡੈਫੀਨੇਟਲੀ ਮੇਰਾ ਵੋਟ ਉਸ ਨੂੰ ਜਾਊਗਾ। ਬਰਾਦਰੀ ਤੁਹਾਡੇ ਲਈ ਮੈਟਰ ਨਹੀਂ ਕਰਦੀ ਇਸ ਟਾਈਮ ਵੋਟ? ਨਹੀਂ, ਦੇਖੋ ਦੋ ਚੀਜ਼ਾਂ ਮਿਕਸ ਕਰ ਰਹੇ ਹੋ। ਮੈਂ ਕਹਿ ਰਿਹਾ ਕਿ ਲੋਕਾਂ ਦੀ ਰਿਕੁਆਇਰਮੈਂਟ ਹੈ। ਤੁਸੀਂ ਕਿਹਾ ਕਿ ਲੋਕ ਕਨਫਿਊਜ਼ ਹੈ। ਹਾਲੇ ਤਾਂ ਇਲੈਕਸ਼ਨ ਸਟਾਰਟ ਹੋਇਆ ਹੈ, 10-12 ਤਰੀਕ ਤੋਂ ਇਲੈਕਸ਼ਨ ਸਟਾਰਟ ਹੋਏਗਾ, 4-5 ਦਿਨ ਇਲੈਕਸ਼ਨ ਚੱਲਦਾ। ਇਹ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਰਿਕੁਆਇਰਮੈਂਟ ਵੀ ਦੱਸ ਰਿਹਾ, ਸਾਡੀ ਕਿਆ ਮੰਗਾਂ। ਸਾਡੀ ਮੰਗਾਂ ਇਹ ਹੈਗੀਆਂ। ਡੈਫੀਨੇਟਲੀ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਕੋਈ ਕਨਫਿਊਜ਼ ਨਹੀਂ ਹੈ। ਤੇ ਜੇ ਤੁਸੀਂ ਸਮਾਜ ਬਾਰੇ ਗੱਲ ਕਰਦੇ ਹੋ, ਕਿ ਬਹਾਵਲਪੁਰ ਸਮਾਜ ਦੇ ਬਾਰੇ ਗੱਲ ਕਰਦੇ ਹੋ, ਤਾਂ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਕਿ ਮਜ਼ਬੂਤੀ ਨਾਲ ਏਕਾ ਕਰਕੇ ਆਪਾਂ ਇੱਕ ਸਾਈਡ ਚੱਲੀਏ। ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਕਿ ਸਾਈਡ ਚੱਲੀਏ, ਇੱਕ ਸਾਈਡ ਚੱਲੀਏ ਤਾਂ ਜੋ ਰਿਜ਼ਲਟ ਬਿਹਤਰ ਆਉਣ ਵਾਲੇ ਸਾਡੇ ਜਵਾਕਾਂ ਦੇ ਲਈ। ਤੇ ਇਹ ਸੀਗੇ ਸਾਡੇ ਨਾਲ ਬਬਲਾ ਜੀ ਤੇ ਨਿਤਿਨ ਖੁਰਾਨਾ ਜੀ। ਆਵਾਜ਼ ਚੱਕਦੇ ਰਹੇ ਆ ਹਮੇਸ਼ਾ ਬਿਰਾਦਰੀ ਦੇ ਲਈ, ਪਰ ਬਿਰਾਦਰੀ ਵੀ ਐਤਕੀ ਕਨਫਿਊਜ਼ ਹੋਈ ਹੋਈ ਹੈ, ਬਿਰਾਦਰੀ ਵੀ ਬਿਖਰੀ ਹੋਈ ਹੈ। ਲੇਕਿਨ ਇਹ ਕਹਿੰਦੇ ਕਿ ਵੀ ਬਿਰਾਦਰੀ ਦਾ ਸਾਥ ਦੇਣਗੇ। ਬਬਲਾ ਜੀ ਨੇ ਤਾਂ ਕਿਹਾ ਕਿ ਮੈਨੂੰ ਜਿੱਦਾਂ ਮੈਂ ਕਿਹਾ ਸੀਗਾ ਕਿ ਜੱਗਾ ਜੀ ਤੁਹਾਨੂੰ ਬੁਲਾਣ ਆਣ ਕਰ ਕਿ ਵੀ ਬਿਰਾਦਰੀ ਦਾ ਸਾਥ ਦਿਓ, ਇਹਨਾਂ ਨੇ ਕਿਹਾ ਮੈਨੂੰ ਬੁਲਾਉਣ ਦੀ ਲੋੜ ਨਹੀਂ, ਮੈਨੂੰ ਮਾਤਾ ਰਾਣੀ ਜਦ ਹੁਕਮ ਕਰੇਗੀ ਮੈਂ ਬਿਨ ਬੁਲਾਏ ਉਹਨਾਂ ਦੇ ਮੰਚ ਤੇ ਚੜਾਂਗਾ। ਤੇ ਆਉਣ ਵਾਲੇ ਸਮਾਂ 'ਚ ਅਸੀਂ ਦੇਖਾਂਗੇ ਕਿ ਵੀ ਆਉਣ ਵਾਲੇ ਸਮਾਂ 'ਚ ਅਸੀਂ ਦੇਖਾਂਗੇ ਕਿ ਊਂਟ ਕਿਸ ਸਾਈਡ ਬੈਠਦਾ ਹੈ। ਤੇ ਮੈਂ ਅੱਜ ਇੱਕ ਨਵਾਂ ਮੈਨੂੰ ਰੂਪ ਮਿਲਿਆ ਹੈ ਨਾ, ਇੱਕ ਪੁੱਛਣ ਦਾ। ਸਾਡੇ ਵਿਚਕਾਰ ਵਿੱਚ ਵਾਲੀ ਸੀਟ 'ਤੇ ਹੈਗੇ ਸ਼੍ਰੀ ਪ੍ਰਦੀਪ ਚੌਧਰੀ ਜੀ। ਛੋਟੀ ਉਮਰ ਹੈਗੀ, ਛੋਟੀ ਉਮਰ 'ਚ ਬਹੁਤ ਵੱਡਾ ਨਾਂ ਕਮਾਇਆ। ਸਾਡੀ ਕੌਮ ਤੋਂ ਆਨੇ ਤੇ ਪਿੱਛੇ ਤਾਂ ਬੋਲਦੇ ਆ ਸਾਡੇ ਨਾਲ ਗੱਜ ਵੱਜ ਕੇ ਕਿ ਬਾਈ ਮੈਂ ਬਹਾਵਲਪੁਰ ਬਿਰਾਦਰੀ ਦਾ। ਅਤੇ ਮੈਂ ਚੰਦ ਸਵਾਲ ਇਹਨਾਂ ਤੋਂ ਪੁੱਛਣ ਚਾਹੁੰਦਾ। ਇੱਕ ਤੁਹਾਡੇ ਕੈਮਰੇ ਦੇ ਰਾਹੀਂ, ਇਸ ਨਿਊਜ਼ ਚੈਨਲ ਪਵਿੱਤਰ ਨਿਊਜ਼ ਚੈਨਲ ਦੇ ਰਾਹੀਂ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹ ਕੋਈ ਸਕ੍ਰਿਪਟਡ ਨਹੀਂ ਹੈ। ਕੱਲ੍ਹ ਰਾਤ ਨੂੰ ਮੈਂ ਇੱਥੇ ਆਇਆ ਸੀਗਾ, ਪ੍ਰਦੀਪ ਨੂੰ ਪਤਾ ਸੀਗਾ ਅਸੀਂ ਇੱਥੇ ਹਾਂ, ਅਤੇ ਪ੍ਰਦੀਪ ਤੁਹਾਨੂੰ ਕੀ ਲੱਗਦਾ ਕਿ ਲੋਕ ਕਿਉਂ ਕਨਫਿਊਜ਼ ਹੈ? ਲੋਕੀ ਇਸ ਕਰਕੇ ਕਨਫਿਊਜ਼ ਹੈ। ਅਸੀਂ ਇੱਕ ਸਰਵੇ ਕਰਿਆ ਸੀਗਾ ਮਾਰਕੀਟ ਦਾ ਸਰਵੇ ਕਰਿਆ ਸੀਗਾ, ਅਤੇ ਉਸ 'ਚ ਬੰਦੇ ਕਹਿੰਦੇ ਸੀਗੇ ਆਮ ਆਦਮੀ ਪਾਰਟੀ, ਅਤੇ ਕੁਝ ਬੰਦੇ ਇੱਦਾਂ ਕਹਿੰਦੇ ਸੀਗੇ ਕਿ ਅਸੀਂ ਤਾਂ ਆਪਣੀ ਬਰਾਦਰੀ ਦੇ ਨਾਲ ਹੈ, ਜਗਦੀਸ਼ ਕੁਮਾਰ ਜੱਗਾ ਨੂੰ ਵੋਟ ਅਸੀਂ ਪਾਵਾਂਗੇ ਪਰ ਜਿੱਤੇਗੀ ਆਮ ਆਦਮੀ ਪਾਰਟੀ। ਅਤੇ ਮੇਰਾ ਇਹ ਉਹਨਾਂ ਨੂੰ ਅੱਗੇ ਸਵਾਲ ਸੀਗਾ ਕਿ ਵੀ ਬਰਾਦਰੀ ਦੇ ਤਾਂ ਪ੍ਰਵੀਨ ਛਾਬੜਾ ਵੀ ਹੈ। ਹੁਣ ਆਮ ਆਦਮੀ ਪਾਰਟੀ ਨੇ ਪ੍ਰਵੀਨ ਛਾਬੜਾ ਨੂੰ ਜਿਹੜਾ ਬਹਾਵਲਪੁਰ ਮੰਚ ਦਾ ਜਿਹੜਾ ਉਹ ਪ੍ਰਧਾਨ ਬਣਾਇਆ ਹੈ, ਅਤੇ ਕਿਆ ਤੁਸੀਂ ਪ੍ਰਵੀਨ ਛਾਬੜੇ ਦੀ ਸਪੋਰਟ ਨਹੀਂ ਕਰੋਗੇ? ਉਹ ਵੀ ਤਾਂ ਉਹ ਕਹਿੰਦੇ ਗੱਲ ਤਾਂ ਤੁਹਾਡੀ ਵੀ ਸਹੀ ਹੈ। ਮਤਲਬ ਬਿਰਾਦਰੀ ਵੀ ਕਨਫਿਊਜ਼ ਹੋਈ ਵੀ ਹੈ ਕਿ ਅਸੀਂ ਸਾਥ ਦਈਏ ਤਾਂ ਕਿਹਦਾ ਦਈਏ। ਪ੍ਰਦੀਪ, ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਨੂੰ ਕਨਫਿਊਜ਼ਨ ਕਿਉਂ ਹੈ? ਕਿਸ ਕਰਕੇ? ਤੁਸੀਂ ਪੱਤਰਕਾਰਿਤਾ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਕਿਉਂ ਲੱਗਦਾ ਕਿ ਬਰਾਦਰੀ ਤੋਂ ਉੱਪਰ ਉੱਠ ਕੇ ਆਪਾਂ ਗੱਲ ਕਰਦੇ ਹਾਂ, ਇਸ ਰਾਜਪੁਰਾ ਦੀ ਰਿਕੁਆਇਰਮੈਂਟ ਕੀ ਹੈ? ਤੁਹਾਨੂੰ ਕੀ ਲੱਗਦਾ ਕਿ ਕਿਉਂਕਿ ਤੁਸੀਂ ਪੱਤਰਕਾਰ ਹੋ, ਤੁਸੀਂ ਗਰਾਊਂਡ 'ਤੇ ਰਹਿੰਦੇ ਹੋ, ਵਟ ਯੂ ਥਿੰਕ ਕਿ ਲੋਕਾਂ ਦੀ ਅਸਲੀ ਮਸਲੇ ਕੀ ਹੈ? ਕਿਆ ਲੋਕਾਂ ਦੇ ਮਸਲੇ ਪਿਛਲੇ 5-10 ਸਾਲਾਂ 'ਚ ਸੋਲਵ ਹੋਏ? ਤੁਹਾਨੂੰ ਲੱਗਦਾ ਹੈ ਕੋਈ ਵਿਜ਼ਨਰੀ ਆ ਕੇ ਇੱਥੇ ਕੰਮ ਕਰੂਗਾ ਪਲੱਸ ਬਿਰਾਦਰੀ ਨੂੰ ਬੈਨੀਫਿਟ ਹੋਊਗਾ? ਤੁਸੀਂ ਵੀ ਸਾਡੀ ਜਮਾਤ ਤੋਂ ਬਿਲੋਂਗ ਕਰਦੇ ਹੋ। ਕਿਆ ਤੁਹਾਨੂੰ ਲੱਗਦਾ ਨਹੀਂ ਕਿ ਸਾਨੂੰ ਵਾਕਈ ਇੱਕ ਇਸ ਤਰ੍ਹਾਂ ਦੇ ਰਿਪਰੈਜ਼ੈਂਟੇਟਿਵ ਦੀ ਲੋੜ ਹੈ ਜਿਹੜਾ ਕਿ ਸਮਾਜ ਨੂੰ ਏਕਾ ਕਰਕੇ ਅੱਗੇ ਲੈ ਚੱਲ ਸਕਦਾ ਹੋਵੇ? ਬਿਲਕੁਲ ਹੈ। ਦੇਖੋ, ਜਿੱਦਾਂ ਮੈਂ ਬਬਲਾ ਜੀ ਦੀ ਗੱਲ ਕਰ ਰਿਹਾ ਸੀਗਾ, ਤੁਸੀਂ ਤਾਂ ਚਲੇ ਗਏ ਸੀਗੇ ਕਿੱਥੇ, ਠੀਕ ਹੈ, ਕੰਮਕਾਰ ਤੇ ਬਬਲਾ ਜੀ ਨੂੰ ਮੈਂ ਮਿਲਦਾ ਸੀਗਾ। ਬਬਲਾ ਜੀ ਜਿੱਦਾਂ ਮੈਨੂੰ ਦੱਸਦੇ ਸੀਗੇ ਕਿ ਮੇਰਾ ਫੜ ਦੱਬ ਲਿਆ, ਮੈਂ ਇਹਨਾਂ ਨੂੰ ਪੁੱਛਿਆ ਸੀਗਾ ਕਿ ਵੀ ਕਿੰਨੇ ਫੜ ਦੱਬਿਆ। ਇਹਨਾਂ ਨੇ ਮੈਨੂੰ ਨਾਂ ਦੱਸਿਆ ਕਿ ਵੀ ਇੱਕ MC ਹੈ, ਜੱਸੀ ਨਾਮ ਦਾ MC ਹੈ, ਉਹਨੇ ਮੇਰਾ ਫੜ ਦੱਬਿਆ। ਤੇ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਸੀਗਾ ਇਸ 'ਚ MLA ਦਾ ਕੋਈ ਕਸੂਰ ਨਹੀਂ ਹੈ, ਲੇਕਿਨ ਹੋ ਸਕਦਾ ਕਿ ਵੀ MLA ਨੂੰ ਇਸ ਬਾਰੇ 'ਚ ਪਤਾ ਨਾ ਹੋਏ ਕਿ ਤੁਸੀਂ ਇਸ ਆਵਾਜ਼ ਨੂੰ ਚੱਕੋ। ਤਾਂ ਮੈਂ ਬਬਲਾ ਜੀ ਨੂੰ ਕਈ ਵਾਰ ਫੋਨ ਕਰ ਚੁੱਕਾ ਕਿ ਮੈਂ ਤੁਹਾਡਾ ਇੰਟਰਵਿਊ ਲੈਣਾ ਹੈ, ਅਤੇ ਬਬਲਾ ਜੀ ਦੇ ਕੋਲ ਅੱਜ ਕੱਲ੍ਹ ਟਾਈਮ ਹੈ ਨਹੀਂ, ਕਿਉਂਕਿ ਬੇਟਾ ਇਹਨਾਂ ਦਾ ਬਾਹਰ ਗਿਆ ਹੋਇਆ। ਇਸ ਕਰਕੇ ਬਬਲਾ ਜੀ ਡਰੇ ਹੋਏ ਆ। ਜਿਹੜੇ ਲੋਕਾਂ ਦੀ ਆਵਾਜ਼ ਚੱਕਦੇ ਸੀਗੇ ਉਹੀ ਡਰੇ ਹੋਏ ਆ, ਜਿਹੜੇ ਸਾਡੇ ਫੋਨ ਕਰਨ 'ਤੇ ਵੀ ਸਾਨੂੰ ਇੰਟਰਵਿਊ ਨਹੀਂ ਦੇ ਰਹੇ। ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਵੀ ਬਰਾਦਰੀ ਕਿੰਨੀ ਡਰੀ ਹੋਈ ਹੈ। ਨਹੀਂ, ਇਹਦੇ ਉੱਤੇ ਮੈਂ ਤੁਹਾਨੂੰ ਦੇਣਾ ਪ੍ਰਦੀਪ ਜੀ, ਗੱਲ ਐਵੇਂ ਹੈ, ਮੇਨ ਚੱਕ ਰਿਹਾ ਮੇਰੇ ਫੜ ਦੇ ਵਿੱਚ ਮੇਰਾ ਇਕੱਲਾ ਫੜ ਨਹੀਂ, 12 ਹੋਰ ਸਾਡੇ ਬੋਲਪੁਰੀਆਂ ਦੇ ਫੜ ਹੈ।
ਜਿਹਦੀ ਵਸੂਲੀ ਹੁੰਦੀ ਹੈ। ਔਰ ਤੁਸੀਂ ਇਹ ਕਹਿੰਦੇ ਹੋ ਵੀ ਐਮਐਲਏ ਸਾਹਿਬ ਨੂੰ ਪਤਾ ਨਹੀਂ ਹੈ। ਐਮਐਲਏ ਸਾਹਿਬ ਦੀ ਕੋਠੀ ਦੇ ਵਿੱਚ ਪ੍ਰੋਗਰਾਮ ਬਣਿਆ। ਮੈਂ ਅੱਜ ਫਿਰ ਵੀ ਕਹੂੰਗਾ, ਮੈਂ ਜਿੰਦਾ ਰਿਹਾ, ਮੈਂ ਭਾਵੇਂ ਮੈਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ, ਮੈਂ ਬਿਲਕੁਲ ਛੱਡਣ ਵਾਲਾ ਨਹੀਂ। ਮੈਨੂੰ ਸਾਰੇ ਜਾਣਦੇ ਆ, ਮੈਂ ਪਹਿਲੇ ਵੀ ਕਿਹਾ ਹੋਇਆ, ਜਿਨ੍ਹਾਂ ਨੇ ਮੇਰੇ ਫੜ ਤੇ ਕਬਜ਼ਾ ਕੀਤੇ, ਮੇਰੇ ਬੋਲਪੁਰੀ ਬਰਾਮਾ ਤੇ 12 ਤੇ ਕਬਜ਼ਾ ਕੀਤਾ, ਜੋ ਉਹਨਾਂ ਨੇ ਪੈਸੇ ਇੱਥੋਂ ਲੈ ਰਹੇ ਹਰ ਮਹੀਨੇ, ਉਹਦੀ 1 ਕਰੋੜ ਰੁਪਏ ਦੀ ਵਸੂਲੀ ਕਰਾਉਂਗਾ, ਭਾਵੇਂ ਛੱਡੂਗਾ ਨਹੀਂ ਬਿੱਲ। ਮੈਂ ਦੱਸ ਰਿਹਾ, ਮੈਂ ਉਹ ਬੋਲਪੁਰੀ ਹਾਂ। ਮੈਂ ਹੁਣ ਤੱਕ ਘਾਟਾ ਬਰਦਾਸ਼ਤ ਕੀਤਾ, ਵਾਧੇ ਵਾਲੇ ਪਾਸੇ ਨਹੀਂ ਚੱਲਿਆ। ਉਹਦੀ ਕੋਠੀ ਦੇ ਵਿੱਚ ਯੋਗਨਾ ਬਣੀ ਹੈ। ਮੇਰੇ ਪਿਓ ਪੁੱਤਰਾਂ ਨੂੰ ਸਾਨੂੰ ਮਾਰਨ ਦਾ ਪਲਾਨ ਬਣਿਆ, ਜਾਂ ਮੇਰੇ ਬੇਟੇ ਨੂੰ ਕੁਝ ਹੋ ਜਾਂਦਾ, ਇਹ ਅੱਗ ਰੁਕਣੀ ਨਹੀਂ ਸੀ। ਮੈਂ ਸੱਚਾ ਬੰਦਾ, ਮੇਰਾ ਪਰਿਵਾਰ ਹੈ, ਮੇਰੀ ਨੂੰਹ ਹੈ, ਮੇਰੀ ਪੋਤੀ ਹੈ, ਮੇਰਾ ਸਾਰਾ ਕੁਝ ਹੈ। ਮੈਂ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੈ। ਸਿਰਫ ਮੇਰੇ ਫੜ ਦੇ ਉੱਤੇ ਜਿਹੜਾ ਇੱਕ ਰੋਟੀ ਖਾ ਰਿਹਾ ਦਾਜੀ, ਔਰ 12 ਬੋਲਪੁਰੀ ਹੋਰ ਹੈ, ਇਹ 1-2 ਦਿਨਾਂ ਦੇ ਵਿੱਚ ਇਹ ਜਿਹੜੀ ਹੈ ਜੰਗ ਚੱਲ ਪੈਣੀ ਹੈ। ਤੁਸੀਂ ਮੇਰੇ ਜਰੀਏ ਇੱਕ ਮੈਸੇਜ ਦੇ ਦੇਣਾ, ਮੈਂ ਸਾਰੇ ਸ਼ਹਿਰ ਨੂੰ ਇੱਕ ਮੈਸੇਜ ਦੇ ਰਿਹਾ, ਇਹ ਸ਼ੀਸ਼ਾ ਸਾਹਮਣੇ ਆਉਣਾ। ਉਹ ਇੱਕ ਬੰਦਾ 70 ਸਾਲ ਤੋਂ ਜਿਹੜਾ ਹੈ ਇੱਕ ਬੀਜੇਪੀ ਨੂੰ ਬਲੌਕ ਕਰਦਾ, 70 ਸਾਲ 60 ਸਾਲ ਉਹਨਾਂ ਨੇ ਆੜਤੀ ਦਿੱਤੀ, ਉਹ ਅੱਜ ਜਿਹੜਾ ਟੈਨਸ਼ਨ ਦੇ ਵਿੱਚ ਹੈ, ਉਹਦੀ ਜੜ੍ਹਾਂ ਦੇ ਉੱਤੇ ਬੰਦੇ ਬਿਠਾ ਦਿੱਤੇ। 12 ਦੇ 12 ਪਿਓਰ ਬੋਲਪੁਰੀਆਂ ਨੂੰ ਟਾਰਗੇਟ ਕੀਤਾ ਗਿਆ। ਕਿ ਬੋਲਪੁਰੀ ਕਿਸੇ ਦੀ ਜਾ ਕੇ ਜੜ੍ਹਾਂ ਦੱਬੀ ਹੈ, ਕਿਸੇ ਦਾ ਦੁਕਾਨ ਦੱਬੀ ਹੈ, ਕਿਸੇ ਦਾ ਕੁਝ ਕੀਤਾ। ਇਹੋ ਜਿਹੇ ਤੁਸੀਂ ਐਮਸੀਆਂ ਨੂੰ ਸ਼ਹਿ ਦਿਓਗੇ, ਇਹ ਕਿਹਦੇ ਪੈਸੇ ਲੈਂਦੇ ਆ? ਕਰਾਓ ਇਹਨਾਂ ਦੇ ਉੱਤੇ ਪਰਚਾ, ਪਤਾ ਲੱਗੇ। ਵੋਟਾਂ ਦਾ ਦਿਨ ਹੈ, 1-2 ਦਿਨਾਂ ਦੇ ਵਿੱਚ ਕੰਮ ਚੱਲਣਾ। ਮੈਂ ਹੋਰ ਵੀ ਇੱਕ ਅਪੀਲ ਕਰ ਰਿਹਾ, ਜਿਹੜਾ 1000 ਕਰੋੜ ਦਾ ਵਿਕਾਸ ਕਰੇ ਕਹਿੰਦੇ ਆ ਬਾਰ-ਬਾਰ, ਵਿਕਾਸ ਵਿਕਾਸ। ਮੇਰੇ 23 ਨੰਬਰ ਵਾਰਡ ਤੋਂ ਜਿਹੜਾ ਹੈ, ਜਾਂ ਕੱਲ੍ਹ ਜਾਂ ਪਰਸੋਂ ਆਉਣਾ ਤੁਸੀਂ ਹੈ, ਤੁਹਾਨੂੰ ਸ਼ੀਸ਼ਾ ਦਿਖਾਵਾਂਗੇ ਵੀ ਵਿਕਾਸ ਕਿਆ ਹੁੰਦਾ। ਅਤੇ ਲੋਕਾਂ ਨੂੰ ਵੀ ਮੈਂ ਅਪੀਲ ਕਰਨਾ ਚਾਹੁੰਦਾ, ਆਪਣੇ ਵਾਰਡ ਦਾ ਹੁਣ ਚੁੱਪ ਨਾ ਰਹੋ, ਅਸਲੀ ਸੜਕਾਂ ਦਿਖਾਓ ਜਿਹੜੀਆਂ ਹੈ। ਇਹ 1000 ਕਰੋੜ ਵਾਲਾ ਜਿਹੜਾ ਵਿਕਾਸ ਹੈ, ਇਹਦੀ ਇਨਕੁਆਇਰੀ ਜ਼ਰੂਰ ਹੋਣੀ ਹੈ। ਔਰ ਮੈਂ ਸਾਰੇ ਸ਼ਹਿਰ ਨੂੰ ਕਹਿੰਦਾ, ਜਾਂ ਅੱਜ ਨਾ ਕਰਾਈ, ਆਉਣ ਵਾਲਾ ਕੋਈ ਵੀ ਹੈ ਉਹ ਰੱਜ ਕੇ ਉਠਾਊਗਾ। ਖਾਣ ਦਾ ਜਿਹੜਾ ਦਾਣਾ ਨਾ ਬੱਚੇ, ਇਹਨਾਂ ਦੀ ਇਨਕੁਆਇਰੀਆਂ ਕਰਾ ਕੇ ਇਹਨਾਂ ਨੂੰ ਜਿਹੜੀ ਅਸਲੀ ਜਗ੍ਹਾ ਨੇ ਉੱਥੇ ਇਹਨਾਂ ਨੂੰ ਭੇਜਿਆ ਜਾਵੇ, ਪਤਾ ਲੱਗੇ ਵੀ 1000 ਕਰੋੜ ਰੁਪਏ ਕਿੰਨੇ ਲੱਗਦਾ। ਬਬਲਾ ਜੀ ਨੇ ਕਿਹਾ ਹੈ ਕਿ ਵੀ 1000 ਕਰੋੜ ਦਾ ਜਿਹੜਾ ਹੈਗਾ ਉਹਦਾ ਖੁਲਾਸਾ ਵੀ ਅਸੀਂ ਕਰਾਂਗੇ। ਤੇ ਜਿੱਦਾਂ ਬਬਲਾ ਜੀ ਨੇ ਕਿਹਾ ਹੈ ਕਿ ਜਿਹੜਾ ਐਮਸੀ ਇਹ ਕੰਮ ਕਰਦਾ ਫਿਰ ਰਿਹਾ, ਜਿਹੜੇ ਫੜ ਦਬਦਾ ਫਿਰ ਰਿਹਾ, ਉਹਦਾ ਐਮਐਲਏ ਸਾਹਿਬ ਨੂੰ ਵੀ ਪਤਾ ਹੈ। ਜੇ ਐਮਐਲਏ ਸਾਹਿਬ ਨੂੰ ਪਤਾ ਹੈ ਤਾਂ ਇਹ ਬੜੀ ਮਾੜੀ ਗੱਲ ਹੈ, ਬੜੀ ਨਿੰਦਣਯੋਗ ਗੱਲ ਹੈ, ਜਿਹਦਾ ਹਿਸਾਬ ਹੁਣ ਲੋਕੀ ਇਲੈਕਸ਼ਨਾਂ 'ਚ ਬਟਨ ਦੱਬ ਕੇ ਲੈਣਗੇ। ਇਹਨਾਂ ਨੇ ਕਿਹਾ ਬਟਨ ਉੱਥੇ ਦੱਬਣਗੇ ਤੇ ਚੀਕਾਂ ਕਿਤੇ ਹੋਰ ਨਿਕਲਣਗੀਆਂ। ਬਾਕੀ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਵੀ ਊਠ ਕਿਸ ਕਰਵੜ ਬੈਠਦਾ ਹੈ ਤੇ ਨਤੀਜੇ ਕਿਆ ਨਿਕਲਦੇ ਆ। ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੌਧਰੀ, ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ, ਰਾਜਪੁਰਾ।